किन्नी की दुनिया मरी सी पता थानू? दुनिया सारा जड़ा ही मारता सी उन्हें, सारा जना सारा जड़ा मंडी च बाड़ता सी उन्हें। उन्होंने कहा मंडी च बढ़ जाओ, अपना बंदा ना मर जाए। उन्हें पता नहीं लगन लगे मुसलमान है आगे साथ ही कहा बुलाया उदा पगा बन के कहा मंडी च बढ़ जाओ, अपना ना कोई हिंदू सिख मर जाए, ये मंडी सारे बढ़ जाओ। तो इन्होंने फिर मुसलमानों ने ही मारते हैं। वो बाल है ऐसा धोखे ना बाढ़ के मगर आप मशीनियां ला के ना सारे भुनते सारा जड़ा है उन्होंने जो हिंदू सिख से फूकता। ਕਹਿੰਦਾ ਇੰਨੀਆਂ ਕੁ ਲਾਸ਼ਾਂ ਸੀ ਕਿ ਕਰੇਨਾਂ ਉਸ ਵੇਲੇ ਕਰੇਨਾਂ ਲਿਆ ਕੇ ਲਾਸ਼ਾਂ ਚਕਾਈਆਂ ਸੀ। ਕਿਹੜੇ ਨਾਂ ਵਾਲੇ ਤੇ 8 ਵਾਲੇ ਸੀ, ਕਹਿੰਦੇ ਸੀ ਨਾ ਸਾਨੂੰ ਮਿਲਟਰੀ ਮੁਸਲਮਾਨਾਂ ਦੇ ਆਵੇ ਨਾ ਸਿੱਖਾਂ ਦੀ ਆਵੇ, ਅਸੀਂ ਆਪਣੇ ਆਪ ਜਾਵਾਂਗੇ। ਅੱਛਾ ਮਿਲਟਰੀ ਨਾ ਆਹ ਕੋਈ ਸਾਨੂੰ ਇਹ ਵੀ ਨਾ ਚਾਹਣ ਉਹ ਵੀ ਨਾ ਚਾਹਣ, ਮੁਸਲਮਾਨ ਦਨ ਘੇਰ ਲੈਣਾ ਇੰਨੇ वो उधर चले गया, इधर आ गया मंड हो गई है। अंग्रेजा ने डंडे फड़ाते भी हूँ भी करा सकते थे भी चोला सिपाहियाँ चल जाओ, उन्होंने कहा लड़के मारन डंडे फड़ाते भी उधर मारने से। ਜਦੋਂ ਤੁਸੀਂ ਦੱਸਿਆ ਕਿ ਪਹਿਲੇ ਸਭ ਕੁਝ ਠੀਕ ਠਾਕ ਸੀ, ਫਿਰ ਕੰਮ ਕਿਉਂ ਖਰਾਬ ਹੋਇਆ? ਮਤਲਬ ਜ਼ਾਹਰਾ ਤੁਸੀਂ ਸੀਨਾ ਬਸੀਨਾ ਵੀ ਗੱਲਾਂ ਸੁਣੀਆਂ, ਆਪਣੇ ਪਿੰਡ ਤੇ ਵੀ ਹੰਡਾਇਆ ਕਰੇਗੀ ਵੀ ਉਹ ਕੁਝ ਪੁੱਛ ਲੋ ਤੇ ਮੇਰਾ ਖਿਆਲ ਆ ਕੋਈ ਦੱਸਣਾ ਵੀ ਮੁਨਾਸਬ ਨਹੀਂ। ਅਸਲ ਜਿਹੜੇ ਪਠਾਨ ਹੈ ਨਾ ਪਿਸ਼ਾਵਰ ਪਿੰਡੀ ਦੇ, ਇਹ ਗੱਲ ਚੱਲੀ ਸੀ ਸਰਦਾਰ ਸਾਹਿਬ ਉੱਥੇ ਜੀ ਬਿਲਕੁਲ ਤਾਰੀਖੀ ਗੱਲ 1946 ਚ ਉੱਥੇ ਦੰਗੇ ਸ਼ੁਰੂ ਹੋਏ, ਉੱਥੇ ਜੰਗ ਹੋਈ ਆ। ਉਹਨਾਂ ਉਹ ਜਿਹੜੇ ਪਠਾਨ ਸੀ ਨਾ ਉਹਨਾਂ ਨੇ ਸਿੱਖ ਮਾਰੇ। ਉਹ ਫਿਰ ਜਿਸ ਵਕਤ ਉਹ ਵੱਢੀ ਗਏ ਨਾ ਉਸ ਵਕਤ ਇਹ ਫਿਰ ਅੱਗ ਬਲ ਗਈ। ਜਿੱਥੇ ਸਿੱਖਾਂ ਦਾ ਜ਼ੋਰ ਸੀ ਉਹਨਾਂ ਨੇ ਆਪਣਾ ਕੋਈ ਸ਼ਾਇ ਨਹੀਂ ਛੱਡੀ ਮੁਸਲਮਾਨ, ਹਕੀਕਤ ਹੈ। ਜਿੱਥੇ ਮੁਸਲਮਾਨਾਂ ਦਾ ਜ਼ੋਰ ਸੀ ਉਹਨਾਂ ਨੇ ਆਪਣੀ ਵਾਹ ਲਾਈ, ਉੱਥੇ ਨਹੀਂ ਛੱਡੀ। ਸਹੀ ਹੋ ਗਿਆ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਕੋਸ਼ਿਸ਼ ਕਰੀ ਹੈ ਕਿ ਅਨਵੰਡੇ ਪੰਜਾਬ ਦੇ ਕੁਝ ਲੋਕ, ਕੁਝ ਆਈ ਵਿਟਨੈਸ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਔਰ ਉਹਨਾਂ ਨੂੰ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ 208 ਚੱਕ ਫੈਸਲਾਬਾਦ ਲਾਇਲਪੁਰ, ਜਿਹਦਾ ਪੁਰਾਣਾ ਨਾਂ ਸੀ। ਸਾਡੇ ਨਾਲ ਮੌਜੂਦ ਨੇ ਉਸ ਦੌਰ ਦੇ ਇੱਕ ਚਸ਼ਮਦੀਦ ਗਵਾਹ। ਆਓ ਇਹਨਾਂ ਕੋਲ ਉਸ ਦੌਰ ਬਾਰੇ ਪੁੱਛਦੇ ਹਾਂ। ਬਜ਼ੁਰਗੋ ਕੀ ਹਾਲ ਚਾਲ ਤੁਹਾਡਾ? ਤਬੀਅਤ ਸਿਹਤ ਮੈਂ ਕਿਹਾ ਠੀਕ ਹੈ ਤੁਹਾਡੀ? ਹਾਂ। ਨਾਂ ਕੀ ਤੁਹਾਡਾ? ਸ਼ੇਰ ਮੁਹੰਮਦ। ਤੁਹਾਡੇ ਵਾਲਦ ਸਾਹਿਬ ਦਾ? ਨੇਕ ਮੁਹੰਮਦ। ਨੇਕ ਮੁਹੰਮਦ। ਹਾਂ। ਦਾਦੇ ਦਾ ਕੀ ਨਾਂ ਸੀ? ਹਾਂ ਦਾਦੇ ਦਾ? ਬਾਬੇ ਤੁਹਾਡੇ ਦਾ? ਰੁਲੀਆ। ਰੁਲੀਆ। ਅੱਛਾ, ਤੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਪਹਿਲਾਂ ਦੇ ਆਏ, ਉਦੋਂ ਦੀ 12 ਵਜੇ ਸਾਡੇ ਬਾਜ਼ਾਰ ਵਿੱਚ ਸਾਡੀ ਇੱਧਰਲਾ ਹੀ ਜਨਮਿਆ। ਆਹੋ ਇੱਧਰਲਾ ਹੀ ਜਨਮਿਆ। ਇੱਧਰਲਾ ਜਨਮ ਆ ਤੁਹਾਡਾ? ਆਪ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ ਜੇ? 208। 208। ਹਾਂ। ਤੇ ਇੱਥੇ 208 ਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਸਾਡੇ ਚਾਰਾ ਆ ਨੌ ਵਾਲਾ। ਹਾਂ। ਘਾਟਾ ਆ ਟੁੱਡੀਆਂ ਜਾਂਗਲੀਆਂ ਦਾ। ਅੱਛਾ। ਲਾਗੇ ਲਾਗੇ। ਆ 209 ਦਾ ਕੀ ਨਾਂ ਜੇ? ਹਾਂ। 209 ਚੱਕ ਦਾ ਕੀ ਨਾਮ ਆ? ਉਹ ਨੌ ਚੱਕੇ ਸਾਦੇ ਸੀ। 9 ਚੱਕ ਹੀ ਸਾਦੇ? ਇੱਕੋ ਕੋਲੰਬੇ ਦੇ ਸੀ ਦੋਏ। ਅੱਛਾ। ਇੱਧਰ ਵੀ ਸਿੱਖ ਸੀ? ਉਧਰਲੇ ਉਹ ਵੀ ਇਹਨਾਂ ਨੂੰ ਰਿਸ਼ਤੇਦਾਰ ਸੀ, ਇਹ ਵੀ ਰਿਸ਼ਤੇਦਾਰ ਸੀ ਇੱਕ ਦੂਜੇ ਦੇ। ਅੱਛਾ। ਹਾਂ। ਇੱਥੇ 208 ਚ ਕਿੰਨੇ ਘਰ ਸਿੱਖਾਂ ਦੇ ਸੀ ਤੇ ਕਿੰਨੇ ਮੁਸਲਮਾਨਾਂ ਦੇ ਸੀਗੇ? ਮੁਸਲਮਾਨਾਂ ਸਾਰੇ 20 ਘਰ ਸੀਗੇ। ਅੱਛਾ। ਹਾਂ। ਬਾਕੀ ਸਿੱਖਾਂ ਦੇ ਘਰ ਸੀਗੇ? ਅੱਛਾ। ਤੇ ਬਜ਼ੁਰਗੋ ਤੁਹਾਨੂੰ ਪਤਾ ਇੱਥੇ ਕੌਣ ਕੌਣ ਰਹਿੰਦਾ ਸੀਗਾ? ਹਾਂ। ਕੌਣ ਰਹਿੰਦਾ ਸੀ ਪਤਾ ਸੀ ਤੁਹਾਨੂੰ? ਮੁਸਲਮਾਨ ਸਿੱਖਾਂ ਦੇ ਵਿੱਚੋਂ? ਸਿੱਖਾਂ ਦਾ ਮੈਨੂੰ ਕਿਹਾ ਮੈਨੂੰ 2 ਘਰਾਂ ਦਾ ਪਤਾ, ਉਹ ਲਈ ਸਾਰੇ ਪਿੰਡ ਦਾ ਪਤਾ ਸੀ। ਅੱਛਾ। 2 ਘਰਾਂ ਦਾ ਦੱਸੋ ਫਿਰ, ਉੱਥੇ ਵੀ ਤੁਹਾਨੂੰ ਲੈ ਕੇ ਜਾਣਾ। ਪਿਆਰਾ ਸੀਗਾ, ਪਾਲਾ ਕਿਹੜਾ ਸੀਗਾ, ਉਹਦਾ ਸੀਗਾ ਅਮਰ ਸਿੰਘ। ਅਮਰ ਸਿੰਘ? ਆਹ। ਅੱਛਾ। ਹੋਰ ਕਿਹੜਾ ਸੀ? 2 ਭਰਾ ਨੌ ਕਿਹੜਾ 2 ਭਰਾ ਇੱਥੇ ਰਹਿੰਦੇ। ਅੱਛਾ। ਉਹ ਪਰੇ ਉਹ ਸੀਗਾ ਪਰੇ ਪਿਆਰਾ। ਇਹ ਪਿੰਡ ਦਾ ਨੰਬਰਦਾਰ ਕੌਣ ਸੀ ਪਤਾ ਵਾ? ਨੰਬਰਦਾਰ ਦਾ ਨਹੀਂ ਮੈਨੂੰ ਨਾਂ ਦਾ ਨਹੀਂ ਉਹਦਾ ਪਤਾ। ਨਹੀਂ ਪਤਾ? ਇਹੋ ਹੀ ਪਤਾ ਸੀ ਮੈਨੂੰ 2 ਘਰਾਂ ਦਾ। ਅੱਛਾ। ਫਿਰ ਤੁਸੀਂ ਬਚਪਨ 'ਚ ਚਲੇ ਗਏ ਸੀ ਇੱਥੋਂ? ਕਿੱਥੇ ਗਏ ਸੀ? ਉੱਥੇ ਤੁਹਾਨੂੰ ਗਿਆ ਪੈਣ ਕੇ ਆਵਾਗਾਦ ਦੇ ਕੋਲ। ਆਵਾਗਾਦ ਦੇ ਕੋਲ 65 ਚੱਕ? ਆਹੋ। ਉੱਥੇ ਸਾਰੇ ਮੈਨੂੰ ਇੱਕ ਵੀ ਜਾਣਦੇ, ਕਿਹੜੇ ਹੁਣ ਲੋਕ ਉਹ ਵੀ ਜਾਣਦੇ ਸੀ। ਅੱਛਾ। ਉੱਥੋਂ ਮੈਂ 20 ਸਾਲ ਇਹਨਾਂ ਦਾ ਮਗਰੋਂ ਆਇਆ, ਉਹ ਲੋਕ ਅਜਾੜੇ ਪੈ ਕੇ ਇੱਥੇ ਆਏ। ਅੱਛਾ। ਇਹਦੇ ਮੇਰਾ ਭਰਾ ਨਾਲ ਹੀ ਵੱਡਾ
ਮੇਰ ਦਿਨ ਪਹਿਲਾਂ ਤੇ ਮੇਰ ਦੀ ਇੱਥੇ ਆ ਮੇਰ ਦਿਨ ਉਹਦੇ ਕੋਲ ਆ ਗਿਆ ਸੀ ਫਿਰ ਮੈਂ ਅੱਛਾ 65 ਚੱਕ ਦੇ ਵਿੱਚ ਤੁਸੀਂ ਰਹਿੰਦੇ ਸੀ ਹਾਂ। ਉਥੋਂ ਦਾ ਪਤਾ 65 ਚੱਕ ਦਾ ਵੀ ਪਤਾ ਕਰਮ ਜਾਂਦਾ ਉਹਦੇ ਬਟਾਰੂਆਂ ਦਾ ਪਤਾ ਕਰਮ ਸਿੰਘ ਦਾ ਪਤਾ ਹੋਰ ਹਾਂ ਤੈਨੂੰ ਕਿਹਾ ਕਰਮ ਸਿੰਘ ਸੀ ਲੰਬੜਦਾਰ ਉਹਨੂੰ ਵੀ ਜਾਣ ਲਾ ਜੀ ਹੋਰ ਕਈ ਘਰ ਜਾਣ ਲੈ ਸੀ ਅੱਡਾ ਤੇ ਦੱਬਲ ਗਿਆ ਪਰ ਇਹ ਵੀ ਲੰਬੜਦਾਰ ਸੀਗਾ ਇੱਕ ਹਾਂ ਦੋਏ ਲੰਬੜਦਾਰ ਸੀਗੇ ਉਮਰ ਕਿੰਨੀ ਤੁਹਾਡੀ ਉਮਰ ਮੇਰੀ ਹੋਊਗੀ 80 ਜਾਂ 70 ਹੋ ਗਈ ਇੰਨੀ ਕਿ ਮੈਂ ਜਿਹੜਾ ਲਿਖੀ ਆ ਜਦੋਂ 47 ਹੋਈ ਹੈ ਹਾਂ। ਵੰਡ ਹੋਈ ਹੈ ਤੁਹਾਡੀ ਉਮਰ ਕਿੰਨੀ ਸੀਗੀ ਜਦੋਂ ਵੰਡ ਹੋਈ ਹੈ ਹਾਂ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਦੋਂ 20 ਸਾਲ ਆਲਾ ਸੀ ਮੈਂ ਤੇ ਹੁਣ ਤੇ 100 ਦੇ ਲਾਗੇ ਆ ਗਏ ਸਾਡਾ ਮਤਲਬ ਲੋਕ ਹੁਣ ਨਹੀਂ। ਹਿਸਾਬ ਲਾ ਲਓ ਤੁਸੀਂ ਕਿੰਨੇ ਸਾਲ ਹੋ ਗਏ ਆ ਹਾਂ 20 ਸਾਲਾਂ ਦਾ ਉਦੋਂ ਸੀਗਾ ਆ ਹੁਣ ਕਿੰਨੇ ਹੋ ਗਏ ਤੁਸੀਂ ਹਿਸਾਬ ਲਾ ਲਓ ਮੈਨੂੰ ਕਿਹੜਾ ਪਤਾ ਵੀ ਕਿੰਨੇ ਸਾਲ ਹੋ ਗਏ 95 ਸਾਲ ਉਮਰ ਹੋ ਗਈ ਹਾਂ ਤੁਹਾਡੀ ਫਿਰ ਤੂੰ ਹੁਣ ਹਿਸਾਬ ਲਾ ਲਾ ਕਿੰਨੀ ਹੋ ਗਈ ਹਾਂ ਅੱਛਾ ਇਹ ਦੱਸੋ ਉਦੋਂ ਵਸੇਬ ਕਿਸ ਤਰ੍ਹਾਂ ਦਾ ਸੀਗਾ ਆਪਸ 'ਚ ਰਹਿਣ ਸਹਿਣ ਕਿਦਾਂ ਦੀ ਸੀਗੀ ਚੰਗਾ ਜੀ। ਚੰਗਾ ਸੀ ਮਤਲਬ ਆਪਸੀ ਵਸੇਬ ਜਦੋਂ ਮਿਸਾਲ ਤੋਂ ਵਿਸਾਖੀ ਆਣੀ ਇਹ ਦੀਵਾਲੀ ਆਣੀ ਕਿਵੇਂ ਹੁਣ ਆਪਣੇ ਲੋਕ ਐ ਵਰਤਦੇ ਸੀ ਖੁਦ ਜਿਹਨਾਂ ਵਿਆਹ ਸ਼ਾਦੀਆਂ ਦੇ ਵੀ ਇੱਕ ਹਾਂ। ਦੂਜੇ ਦੇ ਉਹ ਵੀ ਆ ਜਾਂਦੇ ਸੀ ਅਗਲੇ ਇਹਨਾਂ ਨੂੰ ਵੀ ਚੱਲ ਜਾਣਾ ਅੱਛਾ ਐਦਾਂ ਸੀਗੇ ਅੱਛਾ ਸਾਂਝੀ ਦੁਨੀਆ ਸੀ ਉਦੋਂ ਸਾਂਝੀ ਦੁਨੀਆ ਸੀ ਹਾਂ ਹਾਂ ਇਹ ਸਿੱਖਾਂ ਨਾਲ ਲੜਦੇ ਤਾਂ ਨਹੀਂ ਸੀਗੇ ਉਹ ਇਹਨੂੰ ਤਾਂ ਪਤਾ ਹੋਊਗਾ ਮੈਂ ਤਾਂ ਪਤਾ ਹਾਂ ਤੇ ਨਾ ਮੇਰੀ ਲਿਆ ਗਿਆ ਹੂੰ ਤੇਰਾ ਭਰਾ ਮੇਰੇ ਨਾਲ ਲੜਦਾ ਤੂੰ ਅੱਗੇ ਹੋ ਜਾਣਾ ਵੀ ਮੇਰੇ ਨਾਲ ਲਿਆ ਜਾ ਤੂੰ ਲੜਾ ਮੇਰੇ ਨਾਲ ਪਹਿਲਾਂ ਹਾਂ ਉਹਨੇ ਕਿਹੜੇ ਲੋਕ ਆ ਇਹ ਕਹਿੰਦੇ ਸਾਡਾ ਕੁੱਟ ਲਓ ਇਹਨੂੰ ਹਾਂ ਸਹੀ ਉਹ ਇਦਾਂ ਦੇ ਸੀਗੇ ਹੂੰ ਕਹਿੰਦੇ ਮੇਰੇ ਨਾਲ ਲਿਆ ਜਾ ਇਹਨਾਂ ਨੇ ਲਿਆ ਵੀ ਹੋਵੇ ਤਾਂ ਵੀ ਕਹਿਣਾ ਕੋਈ ਨਹੀਂ ਪਰੇ ਹੋ ਜਾਂਦੇ ਕੁੱਟ ਲੈਣੇ ਅੱਛਾ ਕਹਿੰਦੇ ਕੋਈ ਯਾਰ ਕੋਈ ਗੱਲ ਲਾ ਲਿਓ ਕੋਈ ਤੇ ਯਾਰ ਉਹ ਹੋ ਸੱਜਣ- ਜਾਂਦੇ ਸੀਗੇ ਭਰਾ ਨਾ ਇਹਦੇ ਨਾਲ ਮੇਰੀ ਲਿਆ ਗਿਆ ਤਾਂ ਮੇਰੇ ਨਾਲ ਇਹਦਾ ਭਰਾ ਲੜਦਾ ਨਾ ਉਹਨੇ ਮੂਹਰੇ ਹੋ ਜਾਣਾ ਮੈਨੂੰ ਮੇਰੇ ਹਾਲ ਆ ਓਏ ਮੇਰੇ ਨਾਲ ਲਿਆ ਜਾ ਇਹ ਕਾਹਦੇ ਲੜਨਾ ਹੂੰ ਉਹ ਏਦਾਂ ਦੇ ਸੀ ਆਹੋ ਤੇ ਕੋਈ ਯਾਰ ਸੱਜਣ ਤੁਹਾਡਾ ਸਿੱਖਾਂ ਦੇ ਵਿੱਚੋਂ ਹੈਗਾ ਸੀਗਾ ਹਾਂ ਕੌਣ ਸੀ ਫਿਰ ਲੰਬੜਦਾਰ ਸੀ ਉਹਦਾ ਮੇਰਾ ਭਰਾ ਬਣਿਆ ਹੋਇਆ ਸੀਗਾ ਅੱਛਾ ਆਇਆ ਉਹ ਬਾਕੀ ਡਾਕੇ ਜਿਹਾ ਮਾਰਦੇ ਸੀ ਉਹ ਮੁੰਡਾ ਜਿਹਾ ਜੀ ਅਜੇ ਉਹ ਵੀ ਨਾਂ ਕੀ ਸੀ ਉਹਦਾ ਕਰਮ ਸਿੰਘ ਕਰਮ ਸਿੰਘ ਹਾਂ ਉਹ ਯਾਰ ਬਣਿਆ ਸੀ ਤੁਹਾਡਾ ਹਾਂ ਅੱਛਾ ਮੇਰਾ ਭਰਾ ਬਣਿਆ ਜੀ ਉਧਰ ਉਹਦੇ ਜਾਣਾ ਆਣ ਜਾਣ ਹੈ ਸੀ ਉਹਦੀ ਜ਼ਮੀਨ ਵਾਲਾ ਰਿਹਾ ਮੈਂ ਅੱਛਾ ਹਾਂ ਹੂੰ ਸਹੀ ਤੇ ਜਦੋਂ 47 ਹੋਈ ਹੈ ਹਾਂ ਵੰਡ ਹੋਈ ਹੈ ਜਦੋਂ ਹਾਂ ਉਦੋਂ ਦੇ ਕੀ ਹਾਲਾਤ ਬਣੇ ਉਧਰ ਹੀ ਚਲੇ ਗਏ ਆਹੋ ਉਹ ਉਧਰ ਚਲੇ ਗਏ ਇੱਧਰ ਆ ਗਿਆ ਮੰਡ ਹੋ ਗਈ ਆ ਹਾਂ ਪਾਸ ਤੇ ਅੰਗਰੇਜ਼ਾਂ ਨੇ ਡੰਡੇ ਫੜਾਦੇ ਵੀ ਉਹ ਵੀ ਕਰਾ ਸਕਦੇ ਸੀ ਵੀ ਚੋਲਾ ਸਵਾਈਆਂ ਚੱਲ ਜਾਓ ਉਹਨਾਂ ਨੇ ਕਿਹਾ ਲੜ ਕੇ ਮਾਰਨ ਡੰਡੇ ਫੜਾਦੇ ਵੀ ਉਧਰ ਮਾਰਨੇ ਜਾਂਦੇ ਜਾਂਦੇ ਲੜਾ ਗਏ ਉਹਨਾਂ ਛਡਾ ਸਕਦੇ ਜਾਂ ਆਪੇ ਛੱਡ ਕੇ ਚਲੇ ਗਿਆ ਉਹ ਹੂੰ ਉਹਨਾਂ 100 ਸਾਲ ਦਾ ਲਿਖਿਆ ਸੀ 100 ਸਾਲ ਕਰਕੇ ਚਲੇ ਗਏ ਸਹੀ ਤੇ ਉਦੋਂ ਹਾਲਾਤ ਕਿਦਾਂ ਦੇ ਬਣੇ 47 ਦੇ ਵਿੱਚ ਉਦੋਂ ਲੜਾਈ ਝਗੜੇ ਇਦਾਂ ਹੀ ਸੀਗਾ ਅਗਲਾ ਮਾਰ ਦਿੰਦਾ ਸੀ ਕਹਿੰਦਾ ਕੁੱਤੇ ਨੂੰ ਮਾਰ ਦਿੰਦਾ ਉਹਦੇ ਜਾਂਦੇ ਨੂੰ ਕੋਈ ਪੁੱਛਦਾ ਸੀ ਹੂੰ ਕਹਿੰਦਾ ਕੁੱਤੇ ਦੀ ਰੋਟੀ ਮਾਰ ਕੇ ਛੱਡਦੇ ਏਦਾਂ ਬੰਦੇ ਨੂੰ ਪੁੱਛਦਾ ਸੀ ਕੋਈ ਮਾਰ ਕੇ ਛੱਡ ਦਿੰਦੇ ਸੀ ਕਿਹੜਾ ਹੱਥ ਆ ਜਾਵੇ ਮੁਸਲਮਾਨ ਆ ਜਾਵੇ ਜਾਂ ਉਹ ਆ ਜਾਵੇ ਹੂੰ ਆ ਪਹਿਲਾਂ ਤਾਂ ਸਭ ਕੁਝ ਠੀਕ ਠਾਕ ਸੀਗਾ ਹਾਂ ਫਿਰ ਉਦਾਂ ਕਿਉਂ ਹੋਈ ਪਹਿਲਾਂ ਤਾਂ ਇਹ ਨਹੀਂ ਨਾ ਹੁਣ ਆ ਤੁਸੀਂ ਇੱਥੇ ਰਹਿੰਦੇ ਆ ਹੂੰ ਤੁਸੀਂ ਨਹੀਂ ਕਹਿਣਾ ਦੂਏ ਪਿੰਡ ਨੂੰ ਆ ਕੇ ਉਹਨਾਂ ਤੋਂ ਮਰਵਾਉਣੇ ਅੱਛਾ ਹੂੰ ਇਹ ਮੁਸਲਮਾਨ ਆਂਦੇ ਆਪ ਨਹੀਂ ਗਏ ਕਿਹੜੇ ਪਿੰਡ 'ਚ ਰਹਿੰਦੇ ਦੋਹਾਂ ਤੋਂ ਮਰਵਾਉਣੇ ਐਦਾਂ ਸੀਗੇ ਆਪ ਨਹੀਂ ਸੀ ਕਹਿਣਾ ਇਹ ਬੱਚੇ ਰਹਿੰਦੇ ਕਹੂਗੇ ਤੁਸੀਂ ਮਾਰਦੇ ਆ ਹੋਰ ਪਿੰਡ ਦੇ ਸੱਦ ਕੇ ਮਰਵਾਉਣੇ ਹਾਂ ਸਹੀ ਹਾਂ ਤੇ ਉਹ ਲੋਕ ਆਪਣਾ ਸਮਾਨ ਸਮੂਨ ਇਹ ਤੁਹਾਡੇ ਪਿੰਡ ਵਾਲੇ ਜਿੱਦਾਂ ਇਹ ਪਿੰਡ ਆ ਤੁਹਾਡਾ ਇਹ ਵੀ ਸਾਰਾ ਸਿੱਖਾਂ ਦਾ ਸੀ ਹਾਂ, ਹਾਂ। ਉੱਥੇ ਵੀ ਸਿੱਖ ਹੈਗੇ ਸੀ ਉੱਥੇ ਅੱਧਾ ਸੀਗਾ ਆਹੋ ਅੱਧੇ ਮੁਸਲਮਾਨ ਸੀ ਉੱਥੇ ਹੂੰ ਹਾਂ ਕੋਈ ਇੱਕ ਦੂਜੇ ਨੂੰ ਕੁਛ ਨਹੀਂ ਕਿਹਾ ਅੱਛਾ ਨਾ ਉਹਨਾਂ ਨੇ ਪਰ ਇਹ ਕਹਿੰਦੇ ਆ ਕਿ ਜਦੋਂ ਜਣਾ ਵਾਲੇ ਗਏ ਆ ਕੈਂਪ ਲੱਗਾ ਸੀ ਜਣਾ ਵਾਲੇ ਹਾਂ ਕਹਿੰਦਾ ਉੱਥੇ ਬੜਾ ਵੱਡ ਵਡੰਗਾ ਹੋਇਆ ਉਹ ਪੂਰੀ ਮੰਡੀ ਦੀ ਮੰਡੀ ਉਹਨਾਂ ਨੇ ਗੋਲੀ ਚਲਾਤੀ ਸੀ ਜੜਾਂ ਵਾਲੇ ਐ ਹੋਈ ਸੀਗੀ ਹਾਂ ਉੱਥੇ ਕਿਹੜੇ ਇਹਨਾਂ ਵੱਡੇ ਲੋਕ ਹਾਂ ਮੁਸਲਮਾਨ ਜੀ ਕਿਹੜੇ ਜੋ ਕਹਿੰਦੇ ਕੱਲ ਨੂੰ ਨਾ 12 ਵਜੇ ਇਹਨਾਂ ਨੂੰ ਮਾਰ ਦਿਓ ਮੁਸਲਮਾਨਾਂ ਨੂੰ ਅੱਛਾ ਉੱਥੇ ਜੀ ਸਾਈ ਇੱਕ ਵਿੱਚ ਸੌਂਦਾ ਹੂੰ ਉਹਨੇ ਆ ਕੇ ਦੱਸਤਾ ਅੱਛਾ ਇਹਨਾਂ ਨੇ ਫਿਰ ਤਗੜੇ ਬਲੋਰ ਸੀ 11 ਦੇ ਪਰੇ ਸੀਗੇ ਹਾਂ। ਉਹ ਸੱਦ ਲਿਆ ਅੱਛਾ ਉਹ ਸੱਦ ਕੇ ਉਹਨਾਂ ਨੂੰ ਸਹੀ ਕਰਾ ਕੇ ਬੁਲਾਇਆ ਹੂੰ ਕਹਿੰਦੇ ਵੀ ਆਪਣਾ ਬੰਦਾ ਨਾ ਕੋਈ ਮਾਰ ਗਿਆ ਉਹ ਕਿਹੜੀ ਦਾਣਾ ਮੰਡੀ ਸੀ, ਬਹੁਤ ਖੁੱਲੀ ਸੀ ਆਹੋ। ਦੇਖੀ ਹੋਣੀ ਆ, ਬਹੁਤ ਖੁੱਲੀ ਜਗ੍ਹਾ ਵਾਲੀ ਆਹੋ ਆਹੋ ਉਹਦੇ ਸਾਰੇ ਇਕੱਠੇ ਕਰ ਲਿਆ ਵੀ ਆਪਣਾ ਬੰਦਾ ਨਾ ਮਰ ਜਾਵੇ ਅੱਛਾ ਉਹਨਾਂ ਨੇ ਸਾਰਾ ਜਣਾ ਵਾਲੀ ਫਿਰ ਫੂਕਤਾ ਹਾਂ। ਜੋ ਹਿੰਦੂ ਸਿੱਖ ਸੀਗੇ
ਬੜੀ ਕਸਮਾਰ ਹੋਈ ਸੀ ਮਾਰਨੇ ਇਹਨਾਂ ਨੇ ਸੀਗੇ ਉਹਨਾਂ ਨੇ ਜਾ ਕੇ ਦੱਸਤਾ ਵੀ ਕੱਲ ਨੂੰ ਸਾਨੂੰ 12 ਵਜੇ ਇਹਨਾਂ ਨੇ ਮਾਰਨਾ ਆ ਕੇ ਬਾਹਰਲੇ ਜੱਥਿਆਂ ਨੇ ਜਦ ਇਹ ਹਜੇ ਆਏ ਨਹੀਂ ਪਹਿਲਾਂ ਆ ਗਏ ਸੀ ਆ ਕੇ ਸਾਥੀ ਕਾ ਆ ਕੇ ਨਾ ਉਹਦੇ ਚ ਬਾਲ ਲੈ ਅੱਗੋਂ ਬਾੜ ਕੇ ਲਾ ਕੇ ਨਾ ਮਸ਼ੀਨ ਗਨ ਬੀਟ ਕੇ ਸਾਰੇ ਪੁੰਤੇ ਕਿਹੜੇ ਇੱਥੇ ਨਹੀਂ ਜੇ ਦੂਏ ਦਿਨ ਉੱਪੜੇ ਉੱਥੇ ਇਹ ਵੱਜ ਗਏ ਸੀਗੇ ਅੱਛਾ ਹਾਂ ਐਦਾਂ ਹੋਈ ਸੀ ਐਦਾਂ ਕਰਦੇ ਸੀਗੇ ਪਰ ਇਹ ਬਜ਼ੁਰਗੋ ਮਤਲਬ ਇਹ ਕੀ ਇਹ ਕਿਉਂ ਕੰਮ ਇਦਾਂ ਖਰਾਬ ਹੋਇਆ ਹਾਂ ਇਹ ਮੈਂ ਕਿ ਕੰਮ ਕਿਉਂ ਖਰਾਬ ਹੋਇਆ ਕੰਮ ਕਰ ਇਹ ਅੱਲਾ ਲੋ ਹੋਇਆ ਕੰਮ ਨਾ ਹੈ ਕਿ ਦੱਸਾਂ ਅੱਲਾ ਉਦੋਂ ਉਹ ਅੰਗਰੇਜ਼ਾਂ ਨੇ ਲੰਨ ਦੱਸਿਆ ਤਾਂ ਵੀ ਡੰਡੇ ਪੜਾਏ ਜੋਲਾ ਨਾਲ ਵੀ ਉਹ ਕਹਿ ਸਕਦੇ ਸੀ ਮਾਰੇ ਉਹਨਾਂ ਇੱਕ ਦੂਜੇ ਨੂੰ ਉਹਨਾਂ ਨੇ ਕਿਹਾ ਲੜ ਕੇ ਮਾਰਨ ਮੁਸਲਮਾਨ ਦਾ ਚੱਕਰ ਅਸੀਂ ਲਾਭ ਅਸੀਂ ਰਾਵਣ ਉਹਨਾਂ ਨੇ ਡੰਡੇ ਪੜਾਏ ਅੱਛਾ ਹਾਂ ਸਹੀ ਗੱਲ ਹੈ ਜ਼ਰੂਰ ਅੱਛਾ ਪਿੰਡ ਬਾਰੇ ਦੱਸੋ ਆ 65 ਚੱਕ 'ਚ ਇੱਕ ਚੋਰੀ ਹੋਈ ਸੀ ਸੱਚ ਹਾਂ ਆ 65 ਚੱਕ ਦੇ ਵਿੱਚ ਇੱਕ ਚੋਰੀ ਹੋਈ ਸੀ ਉਹਦਾ ਪਤਾ ਕਦੋਂ 65 ਚੱਕ 'ਚ 47 ਤੋਂ ਪਹਿਲੇ ਹਾਂ ਇੱਕ ਚੋਰੀ ਹੋਈ ਸੀਗੀ ਕਿਹਨਾਂ ਦੀ ਹੋਈ ਸੀ ਚੋਰੀ ਚੋਰੀ ਡਕੈਤੀ ਹੋਈ ਸੀ ਵੇਖਦੇ ਉਹ ਲੰਬੜਦਾਰ ਦੇ ਹੋਈ ਸੀ ਮੈਨੂੰ ਕਿਹਾ ਕਰ ਜਦ ਉਹ ਤਾਈ ਚਾਚੇ ਮਾਰਤੇ ਸੀ ਪੇ ਵੀ ਅੱਛਾ ਉਹ ਦੂਏ ਲੰਬੜਦਾਰ ਦੇ ਬੈਠਾ ਸੀ ਕੁੜੀਆਂ ਉਹਦੇ ਕੋਲ ਸੀ ਹਾਂ ਹਾਂ ਉਹ ਕਿਹੜਾ ਭਰਾ ਸੀ ਇਹਦਾ ਉਹ ਸਖੀ ਬਹੁਤ ਸੀਗਾ ਅੱਛਾ ਉਹ ਨਿਹੰਗ ਜਿਹੇ ਖੜੇ ਪਾ ਕੇ ਆ ਗਿਆ 10 ਜਣੇ ਕਹਿੰਦੇ ਜੀ ਰੋਟੀ ਖਾਣੀ ਆ ਨੇ ਕਿਹਾ ਨਾ ਗਿਆ ਉਹ ਨਿਗਾਹ ਲੈ ਐਦਾਂ ਦਾ ਫਾਟਕ ਸੀ ਉਹ ਫਾਟਕ ਬੰਦ ਕਰਤਾ ਹਾਂ ਤਾਂ ਕਿ ਖੁੱਲੀ ਰੱਖੀ ਤਾਂ ਕਿ ਮੇਰੇ ਦਾ ਫਲਾ ਖੜਾ ਕਰਤਾ ਅੱਛਾ ਆਪ ਉਹਨੂੰ ਦੱਸਿਆ ਜਾਣੀ ਲੰਬੜਦਾਰ ਅੰਦਰ ਮਾਰਨ ਉਹ ਕਹਿੰਦੇ ਉਹਨੂੰ ਲੰਬੜਦਾਰ ਨੂੰ ਜਦ ਤੁਹਾਡਾ ਡਾਕਾ ਪੈ ਗਿਆ ਕਹਿੰਦਾ ਕੁੰਜੀਆਂ ਮੇਰੇ ਘਰ ਦੂਏ ਲੰਬੜਦਾਰ ਦੇ ਬੈਠਾ ਹੈ ਅੱਛਾ ਉਹਨੇ ਮੈਂ ਕੁੰਜੀਆਂ ਦੇ ਮੈਂ ਜਾ ਕੇ ਉਹ ਕੁੰਜੀਆਂ ਲੈ ਕੇ ਆਇਆ ਤਾਂ ਬਾਹਰੇ ਹਜੇ ਡਾਕੇ ਮੇਰੇ ਡਫਲਾ ਵਾਲੇ ਬਾਹਰੇ ਰਾਪਾ ਦੂਆ ਭਰਾ ਉਧਰੋਂ ਆਇਆ ਉਹਦੇ ਕੋਲ ਟਾਕ ਵਾਹੀ ਦਾਤ ਪਰ ਨੁੱਦਨ ਕਰਨ ਉਹ ਲੋਕਾਂ ਨੇ ਕਿਹਾ ਅੱਗੇ ਮਾਰਤੇ ਦੋ ਤੂੰ ਰਹਿ ਕਹਿੰਦਾ ਕਿੱਥੇ ਭਰਾ ਮਾਰਦੇ ਮੈਂ ਕਰਨਾ ਉਹਨੇ ਟਾਕੂ ਬਿਜਲੀ ਟਾਕੇ ਦੇ ਮਾਰਿਆ ਉਹਦੇ ਪੱਟ ਦੇ ਅੱਛਾ ਪੱਟ ਦੇ ਲੱਗਾ ਤੇ ਉਹਨੇ ਗੋਲੀ ਮਾਰੀ ਮਾਰੇ ਉਹ ਲਾਤਾ ਦੋ ਘੁੱਟਦੇ ਸੀ ਮੁੰਡੇ ਉਹ ਨੱਠ ਕੇ ਤਾਕੀ ਜੀ ਪਏ ਕਦੇ ਆ ਲੱਗੀ ਕਦੇ ਆ ਲੱਗੇ ਉਹ ਵੀ ਦੇਖਦੇ ਕੱਲਾ ਦਾ ਲੰਘਦਾ ਜੀ ਉੱਤੇ ਤਾਕੀ ਮੇਰੇ ਖੜਾ ਜੀ ਫੱਲਾ ਤੇ ਮੁੜ ਕੇ ਵੀ ਉਹ ਲੰਬੜਦਾਰ ਦੇ ਸਿਪਾਹੀ ਵੀ ਬੈਠਾ ਸੀ ਉਹ ਸਿਪਾਹੀ ਨੇ ਫਿਰ ਬੰਗਲੇ ਜਾ ਕੇ ਹੁਣ ਧਾਰੇ ਕੋਲ ਉਹ ਬੰਗਲੇ ਜਾ ਕੇ ਕਹੀ ਸਾ ਅੱਛਾ ਜਾਨੂ ਪੁਲਿਸ ਆਈ ਜਾਨੂ ਨਿਕਲ ਗਿਆ ਉਹ ਕਹਿੰਦਾ ਮੇਰਾ ਦਿਲ ਥੋੜਾ ਹੁੰਦਾ ਚੱਕਿਆ ਚੁੱਕਿਆ ਕੁਝ ਨਹੀਂ ਪਈ ਚੱਕਿਆ ਮੇਰਾ ਦਿਲ ਚੱਕ ਕੇ ਉਹਨੂੰ ਲਗਾਇਆ ਗੱਡੀ ਦੇ ਲਾਈਨ ਚੱਲਦੀ ਸੀ ਉਦੋਂ ਆਹ ਜੜਾਂ ਨੇ ਉਹਦੇ ਵੀ ਗੱਡੀ ਦੇ ਲਾਈਨ ਜਿਹੜਾ ਕਿਸੇ ਤੋਂ ਲਾਈਨ ਲਾ ਕੇ ਨਾ ਉਹਦਾ ਲੱਕ ਬੰਨ੍ਹ ਕੇ ਕਾਫੇ ਨਾ ਉਹਨੂੰ ਕਹਿੰਦੇ ਅਜੇ ਪਰ ਆ ਗਿਆ ਆਪ ਗੱਡਾ ਲਾਣ ਚਲੇਗਾ ਫਿਰ ਮਗਰ ਉੱਤੇ ਆਇਆ ਉਹਨੂੰ ਜਾ ਕੇ ਚੱਕ ਕੇ ਗੱਡੇ ਤੇ ਲਗਾਇਆ ਹਜੇ ਗੱਡਾ ਛੱਡਦੇ ਸੀ ਉਦੋਂ ਮਗਰ ਪੁਲਿਸ ਬਹਿ ਗਈ ਉਹ ਨੱਠ ਗਏ ਇਹ ਫੜਿਆ ਗਿਆ ਵੇ ਇਹਨੂੰ ਕਹਿੰਦਾ ਸਾਰੇ ਦੱਸ ਤੈਨੂੰ ਬਹਿਲੀ ਮਾਫੀ ਛੱਡ ਦੇਵਾਂਗੇ ਬਾਕੀ ਦੇ ਦੱਸ ਉਹਨੇ ਫਿਰ ਸਾਰੇ ਦੱਸੇ ਇੱਕ 6 ਮਹੀਨੇ ਪਹਿਲਾਂ ਯਾਰਿਆਂ ਤੋਂ ਫੜਿਆ ਫਿਰ ਇੱਥੋਂ ਲਾਲਪੁਰੋਂ ਅੱਛਾ ਆ ਗਏ ਨੇ ਖੋਜੂ ਨੇ ਦੱਸਿਆ ਵੀ ਆ ਬੰਦੇ ਨੂੰ ਫੜ ਲਓ ਉਹਨੇ ਪੈਰ ਭਜਾਉਣ ਲਈ ਉਹ ਤੋਂ 6 ਮਹੀਨੇ ਪਹਿਲਾਂ ਫੜਿਆ ਹੋਵੇ ਅੱਛਾ ਫੜਿਆ ਨਹੀਂ ਸੀ ਗਿਆ ਐਦਾਂ ਹੋਏ ਅੱਛਾ ਜਿਹੜੇ ਤੁਹਾਨੂੰ ਕਿਦਾਂ ਖਬਰ ਹੋਈ ਆ ਜਿਹੜੇ ਮਾਲ ਮੰਡੀ ਦੀ ਮਾਲ ਮੰਡੀ 'ਚ ਜਿਹੜੇ ਗੋਲੀ ਚੱਲੀ ਹਾਂ ਗੁਜਰਾਂ ਵਾਲੇ ਉਹ ਸੌਰੀ ਜਣਾ ਵਾਲੇ ਹਾਂ ਉਹ ਤੁਹਾਨੂੰ ਕਿਦਾਂ ਪਤਾ ਲੱਗਾ ਗੱਲ ਉਹ ਕਿਹੜੇ ਮਾਰੇ ਆਹੋ ਸਾਨੂੰ ਪਤਾ ਸੀ ਕਿ ਲੱਗਦਾ ਹੀ ਸੀਗਾ ਕੋਲ 65 ਚੱਕ ਲੱਗ ਗਈ ਆ ਆਹ 5 ਮਿੰਟ ਦਾ ਹੈਗਾ ਬੜੇ ਸ਼ਹਿਰ ਆਹੋ ਜੜਾ ਵਾਲਾ ਉਹ ਤੇ ਉਹਨਾਂ ਨੇ ਕਿਹਾ ਨਾ ਵੀ ਕੱਲ ਨੂੰ ਜੋ ਮੁਸਲਮਾਨ ਜੜਾ ਵਾਲੇ ਦਾ ਨਾ ਮਾਰ ਦੇਗੇ ਉਹਨਾਂ ਨੇ 11 ਨੇ ਬਲੋਚ ਸੀਗੇ ਇੱਕ ਸ਼ਹਿਰ ਵਾਲਾ ਅੱਛੀਆਂ ਮੇਰਾ ਮਾਲਕ ਲੱਖੇ ਬੰਦੇ ਅੱਛਾ ਉਹਨਾਂ ਨੂੰ ਦੱਸਿਆ ਭਾਈ ਨੇ ਦੱਸਤਾ ਉਹਨਾਂ ਨੂੰ ਵੀ ਕੱਲ ਨੂੰ ਤੁਹਾਨੂੰ 10 ਵਜੇ ਇਹਨਾਂ ਨੇ 12 ਵਜੇ ਮਾਰਨਾ ਡੱਕ ਬੱਲਾ ਲਾਮੋ ਜਥੇ ਆਉਣੇ ਸੀਗੇ ਉਹ ਵੀ ਕਹਿੰਦੇ ਅਸੀਂ 10 ਵਜੇ ਪੜਾਂਗੇ 10 ਵਜੇ ਆ ਕੇ ਸਾਥੇ ਜੀ ਘਰ ਉਹਨਾਂ ਨੇ ਬੁਲਾ ਕੇ ਸਾਰੇ ਬਾਲ ਦਾ ਮੰਡੀ 'ਚ ਪਏ ਮਾਰ ਕੇ ਮਸ਼ੀਨ ਵਾਂਗ ਗੇਟ ਕਹਿੰਦਾ ਸਾਰੇ ਭੁੰਤੇ ਉਹਨਾਂ ਨੇ ਹਜੇ ਆਉਣਾ ਸੀ 12 ਵਜੇ ਇੱਕ ਮਾਰਤੇ ਫਿਰ ਇਹਨਾਂ ਨੇ ਤੁਹਾਨੂੰ ਪਤਾ ਕਿੰਨੀ ਕੁ ਦੁਨੀਆ ਮਰੀ ਸੀ ਉੱਥੇ ਕਿੰਨੀ ਕੁ ਦੁਨੀਆ ਮਰੀ ਸੀ ਪਤਾ ਤੁਹਾਨੂੰ ਦੁਨੀਆ ਸਾਰਾ ਜੜਾ ਹੀ ਮਾਰਤਾ ਸੀ ਉਹਨਾਂ ਨੇ ਸਾਰਾ ਜਣਾ ਮੰਡੀ 'ਚ ਬਾੜਤਾ ਸੀ ਉਹਨਾਂ ਨੇ ਕਿਹਾ ਮੰਡੀ 'ਚ ਵੜ ਜਾਓ ਆਪਣਾ ਬੰਦਾ ਨਾ ਮਰ ਜਾਵੇ ਉਹਨਾਂ ਨੂੰ ਪਤਾ ਨਹੀਂ ਲੱਗਣ ਲੱਗੇ ਮੁਸਲਮਾਨ ਆ ਇਹ ਆ ਕੇ ਸਾਥੇ ਹੀ ਕਹਾ ਬੁਲਾਇਆ ਉਦਾਂ ਪੱਗਾਂ ਬੰਨ੍ਹ ਕੇ ਕਿਹਾ ਜੇ ਮੰਡੀ 'ਚ ਵੜ ਜਾਓ ਆਪਣਾ ਨਾ ਕੋਈ ਹਿੰਦੂ ਸਿੱਖ ਮਰ ਜਾਵੇ ਇਹ ਮੰਡੀ 'ਚ ਸਾਰੇ ਵੜ ਜਾਓ ਤੇ ਇਹਨਾਂ ਨੂੰ ਫਿਰ ਮੁਸਲਮਾਨਾਂ ਨੂੰ ਅਸੀਂ ਮਾਰਦੇ ਆ ਉਹ ਬਾਲ ਹੈ ਐਦਾਂ ਧੋਖੇ ਨਾਲ ਬਾੜ ਕੇ ਮਗਰੋਂ ਆਪ ਮਸ਼ੀਨਾਂ ਲਾ ਕੇ ਨਾ ਸਾਰੇ ਭੁੰਤੇ ਸਾਰਾ ਜੜਾ ਵਾਲਾ ਉਹਨਾਂ ਦਾ
ਆਹੋ ਇਦਾਂ ਹੋਈ ਇੱਥੇ ਦੇ ਦੂਏ ਦਿਨ ਉੱਪੜੇ ਸੀ ਉੱਤੇ ਜੜਾਂ ਵਾਲੇ ਵੀ ਕੰਮ ਸੀ ਨਾ ਇਹ ਬਚ ਗਿਆ ਸੀ ਦੂਏ ਦਿਨ ਹੀ ਗਿਆ ਉੱਤੇ ਇਹ ਬਚ ਗਏ ਸੀਗੇ ਆਹੋ ਅੱਛਾ ਉਹ ਜਾਨੂੰ ਮਾਰਤਾ ਕਹਿੰਦਾ ਸੀ। ਇੰਨੀਆਂ ਕੁ ਲਾਸ਼ਾਂ ਸੀ ਕਿ ਹਾਂ। ਕਰੇਨਾਂ ਉਸ ਵੇਲੇ ਕਰੇਨਾਂ ਲਿਆ ਕੇ ਹਾਂ। ਲਾਸ਼ਾਂ ਚਕਾਈਆਂ ਇਹਦਾ ਸੀ ਕਿਹੜੇ 9 ਵਾਲੇ ਤੇ 8 ਵਾਲੇ ਸੀ ਇਹ ਕਹਿੰਦੇ ਸੀ ਨਾ ਸਾਨੂੰ ਮਿੰਟ ਨਹੀਂ ਹਾਂ ਮੁਸਲਮਾਨਾਂ ਦੇ ਆਵੇ ਨਾ ਸਿੱਖਾਂ ਦੀ ਆਵੇ ਅਸੀਂ ਆਪਣੇ ਆਪ ਜਾਵਾਂਗੇ ਅੱਛਾ ਮਿਲਟਰੀ ਨਾਲ ਆਹੋ ਕੋਈ ਸਾਨੂੰ ਇਹ ਵੀ ਨਾ ਚਾਹਣ ਉਹ ਵੀ ਨਾ ਚਾਹਣ ਅੱਛਾ। ਮੁਸਲਮਾਨ ਦਨ ਕੇ ਲੈਣਾ ਇਹਨੇ ਜਿਹੜਾ ਲੈ ਰਹੇ ਸੀ ਲੋਹੇ ਪਿੰਡ ਇਹ ਕਹਿੰਦੇ ਜੇ ਜੱਟ ਤੇ ਜਾਵਾਂਗੇ ਸਾਨੂੰ ਇਹ ਮੁਸਲਮਾਨ ਕੇ ਲੈਣ ਅੱਛਾ ਸਹੀ ਉਹ ਵੀ ਇਹਨਾਂ ਦਾ ਕਿਹੜਾ ਇਹਨਾਂ ਦਾ ਚਾਚਾ ਹਾਂ ਡਾਕਟਰ ਲੱਗਾ ਸੀ ਵੱਡਾ ਅੱਛਾ ਉਹ ਦੋ ਭਰਾ ਸੀ ਉਹ ਇਦਾਂ ਕਰਦੇ ਸੀ ਕਿ ਧੀ ਭੈਣ ਨੂੰ ਤੰਗ ਕਰਦਾ ਨੂੰ ਨੇ ਕਹਿਣਾ ਭਾਵ ਜਾਣ ਦੇ ਨਾ ਕਰ ਕਿਹਦਾ ਕਬਜ਼ਾ ਨਹੀਂ ਛੱਡਦਾ ਕੋਈ ਫੇਰ ਉਹਨੂੰ ਵੀ ਜਾ ਕੇ ਕਹਿਣਾ ਕਬਜ਼ਾ ਛੱਡ ਦੇ ਜਵਾਨ ਅਸੀਂ ਆ ਗਏ ਜੇ ਨਹੀਂ ਛੱਡਿਆ ਕਹਿਣਾ 8ਵੇਂ ਦਿਨ ਅਸੀਂ ਦੋਣਾ ਕਿਤੇ ਜੋ ਲੱਗਦਾ ਲਾ ਲਈ ਅੱਛਾ ਉਹ ਕਰਮ ਸਿੰਘ ਜਿਹੜਾ ਤੁਹਾਡਾ ਯਾਰ ਸੀ ਹਾਂ ਉਹਨੂੰ ਕੋਈ ਸੁਨੇਹਾ ਦੇਣਾ ਉਹ ਕਰਮ ਸਿੰਘ ਜਿਹੜਾ ਤੁਹਾਡਾ ਯਾਰ ਸੀ ਉਹਨੂੰ ਕੋਈ ਮੈਂ ਕਿਹਾ ਸੁਨੇਹਾ ਦੇਣਾ ਕੋਈ ਸਲਾਮ ਦੁਆ ਦੇਣੀ ਉਹਨੂੰ ਉਹ ਹੁਣ ਤਾਂ ਪਤਾ ਨਹੀਂ ਹੋਇਆ ਕਿ ਨਹੀਂ ਉਹਦਾ ਮੁੰਡਾ ਸੀ ਇੱਕ ਠੱਗੀ ਅੱਛਾ ਤੇ ਇੱਕ ਲੈ ਆਰਜਨ ਸੀਗਾ ਅਰਜੁਨ ਆਹੋ ਅੱਛਾ ਉਹ ਭਲਾ ਹੁਣ ਅੱਛਾ ਉਹ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਉਹ ਬੈਠੇ ਜੋ ਜਗਰਾਵਾਂ ਜਗਰਾਉਂ ਚ ਜਗਰਾਵਾਂ 'ਚ ਬੈਠੇ ਸੀਗੇ ਹੂੰ ਕਿਤੇ ਚਾਹਦੇ ਜਗਰਾਵਾਂ ਵਾਲੇ ਬੈਠੇ ਸੀ ਨਾ ਉਸ ਪਿੰਡ ਬੈਠੇ ਜਾ ਕੇ ਉਹਨਾਂ ਨੂੰ ਕੋਈ ਸਲਾਮ ਦੁਆ ਕੋਈ ਸੁਨੇਹਾ ਦੇਣਾ ਵਾ? ਵਾਜਲਾ ਕਹਿ ਰਹੀ ਤੂੰ ਕਿ ਮੈਂ ਕਿਹੜਾ ਤੁਹਾਡੇ ਕੋਲ ਛੋਟਾ ਜਿਹਾ ਹੁੰਦਾ ਜੀ ਨਾ ਹਾਂ ਹਾਂ ਥੋੜੀ ਜ਼ਮੀਨ ਹਾਂ ਉਹ ਤੋਂ ਕਹ ਦੁਆ ਸਲਾਮ ਕਹਿੰਦਾ ਇਦਾਂ ਨੂੰ ਚਲੋ ਤੁਹਾਡੀ ਦੁਆ ਸਲਾਮ ਪੁੱਛ। ਥੋੜਾ ਪੇ ਹੈ ਨਹੀਂ ਨਾ ਉਹ ਅਜੇ ਸੀ ਉਦੋਂ ਗਏ ਆ ਅੱਛਾ ਨਿੱਕੇ ਸੀਗੇ ਇਹ ਕੱਡਾ ਸੀ ਉਹਦੇ ਮੁੰਡੇ ਅੱਛਾ ਇਹ ਪਿੰਡ ਬਾਰੇ ਦੱਸੋ ਇਸ ਪਿੰਡ 'ਚ ਗੁਰਦੁਆਰਾ ਵੀ ਹੈਗਾ ਸੀ ਗੁਰਦੁਆਰਾ ਉਹ ਕਿਤੇ ਆਲਮਗੜ੍ਹ ਰਹਿੰਦੇ ਆ ਉਹ ਕਿਲੇ ਡੂਢ ਕਿਲੇ ਦਾ ਸੀ ਉਹ ਅੱਛਾ ਉਹ ਤੇ ਰਹਿੰਦੇ ਆ ਹੁਣ। ਇੱਕ ਚੁਬਾਰਾ ਵੇਖਿਆ ਪਿੰਡ ਤੁਹਾਡੇ ਬੜਾ ਸੋਹਣਾ ਪੁਰਾਣਾ ਚੁਬਾਰਾ ਹੈਗਾ ਇਹ ਕੋਈ ਘਰ ਸੀਗਾ ਹਾਂ ਜੈਲਦਾਰਾਂ ਦਾ ਘਰ ਸੀ ਕੋਈ ਪਤਾ ਇੱਥੇ ਕਿਹੜੇ ਜਿਹੜੇ ਤਗੜੇ ਸੀ ਨਾ ਬੰਦੇ ਉਹਦਾ ਗਮਲੇ ਖੂਹ ਕੋਲ ਸੀ ਉਹਨਾਂ ਦੇ ਆਲ ਦੁਆਲੇ ਚੁਬਾਰੇ ਤੇ ਗੁਰਦੁਆਰਾ ਉਹ ਸੀਗਾ ਪਰੇ ਜਾ ਕੇ 47 ਤੋਂ ਪਹਿਲੇ ਦਾ ਜਨਮ ਪਹਿਲੇ ਦਾ ਜਨਮ ਅੱਛਾ ਨਾਂ ਕੀ ਹੈ ਤੁਹਾਡਾ ਮੇਰਾ ਮੁਹੰਮਦ ਅਲੀ ਮੁਹੰਮਦ ਅਲੀ ਤੁਹਾਡੇ ਵਾਲਦ ਸਾਹਿਬ ਦਾ ਇਹ ਨੱਥੂ ਨਥੂ ਤੁਸੀਂ ਇੱਥੋਂ ਦੇ ਵਸਿੰਦੇ ਹੋ ਇਹ ਉਧਰੋਂ ਆਏ ਹੋ ਅਸੀਂ ਇੰਡੀਆ? ਇੰਡੀਆ ਚੋਂ ਆਏ ਆ ਤੁਸੀਂ ਇੰਡੀਆ ਜੋ ਆਏ ਹੋ ਹਾਂ ਸਹੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆਏ ਆ ਇਹ ਸਮਝ ਲਓ ਜ਼ਿਲ੍ਹਾ ਲੁਧਿਆਣਾ ਹਾਂ ਤਹਿਸੀਲ ਵੀ ਲੁਧਿਆਣਾ ਅੱਛਾ ਤੇ ਪਿੰਡ ਖੈਰੇ ਖੈਰੇ ਤੋਂ ਖੈਰੇ ਤੋਂ ਠੀਕ ਹੋ ਗਿਆ ਮਸ਼ਹੂਰ ਪਿੰਡ ਸੀ ਉੱਥੇ ਜੀ ਜੀ ਬਿਲਕੁਲ ਅੱਛਾ ਇਹ ਦੱਸੋ ਕਿ ਤੁਸੀਂ ਜਦੋਂ ਆਏ ਹੋ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਮੇਰੀ ਉਮਰ ਤਕਰੀਬਨ ਹੋਏਗੀ 5-7 ਸਾਲ 8 ਸਾਲ 5-7 ਸਾਲ ਦੇ ਸੀ ਹਾਂ। ਛੋਟੇ ਸੀਗੇ ਹਾਂ ਸੁਰਤ ਮੈਨੂੰ ਹੈ ਅੱਛਾ ਮੇਰਾ ਜ਼ਿਹਨ ਹੀ ਇਸ ਤਰ੍ਹਾਂ ਦਾ ਸੀ ਸਹੀ ਮੈਂ ਜਿੱਦਾਂ ਆਏ ਆ ਕੱਲੀ ਕੱਲੀ ਗੱਲ ਪੁੱਛ ਲਓ ਅੱਛਾ ਉਧਰੋਂ ਤੁਹਾਨੂੰ ਕਿਸ ਤਰ੍ਹਾਂ ਉੱਥੋਂ ਕੱਢਿਆ ਗਿਆ ਕੀ ਸੂਰਤ-ਏ-ਹਾਲ ਸੀ ਪਿੰਡ ਦੇ ਵਿੱਚ ਤੁਹਾਡਾ ਰਲਵਾ ਮਿਲਵਾ ਸੀ ਜਾਂ ਕੱਲਮ ਕੱਲੇ ਸੀ ਸਾਰੇ ਪਿਓਰ ਡੋਗਰਾਂ ਦਾ ਇੱਕ ਪੱਤੀ ਗੁਜਰਾਂ ਦੀ ਅੱਛਾ ਸਹੀ ਨੰਬਰਦਾਰ ਕੌਣ ਸੀਗੇ ਤੁਹਾਡੇ ਨੰਬਰਦਾਰ ਸਾਡੇ 4 ਸੀ ਤੁਹਾਡੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਸਾਡੇ ਲਾਗੇ ਸੀ ਹੰਬਰ ਹੰਬਰ ਬਲੀਪੋਲ ਬਲੀਪੁਲ ਪਠਾਤੂਹਾ ਪੱਠਾ ਧੂਆ ਸਜਾਤ ਵਾਲਾ ਸਜਾਤ ਵਾਲਾ ਬੁਰਜ ਬੁਰਜ ਕਡਾਣਾ ਕਡਾਣਾ ਇਹ ਪਿੰਡ ਲਾਗੇ ਸੀ ਤਹਿਸੀਲ ਤੁਹਾਨੂੰ ਕਿਹੜੀ ਪੈਂਦੀ ਸੀ ਤਹਿਸੀਲ ਸਾਨੂੰ ਪੈਂਦੀ ਸੀ ਲੁਧਿਆਣਾ ਤੇ ਜ਼ਿਲ੍ਹਾ ਵੀ ਲੁਧਿਆਣਾ ਉਸ ਟਾਈਮ ਜ਼ਿਲ੍ਹਾ ਹੈ ਸੀ ਲੁਧਿਆਣਾ ਹਾਂ ਅੱਛਾ ਤੁਸੀਂ ਉਸ ਮਤਲਬ ਕਿ 47 ਤੋਂ ਪਹਿਲੇ ਜਿਹੜੇ ਤੁਸੀਂ ਨਾਮ ਲਏ ਆ ਪਿੰਡਾਂ ਦੇ ਹਾਂ ਉੱਥੇ ਸਰਦਾਰ ਜਾਂ ਹਿੰਦੂ ਬਰਾਦਰੀ ਹੈਗੀ ਸੀ ਬੈਠੀ ਸੀ ਜਿਹੜਾ ਸੀ ਬੁਰਜ ਹਾਂ ਬੁਰਜ ਦੇ ਵਿੱਚ ਸਾਰੇ ਸਿੱਖ ਸੀ ਬੁਰਜ ਦੇ ਵਿੱਚ ਹਾਂ ਸਹੀ ਕਿ ਇੱਕ ਪਿੰਡ ਜਿਹੜਾ ਸੀ ਨਾ ਬੁਰਜ ਉਹਦੀਆਂ ਬਸਤੀਆਂ ਸੀ 3-4 ਵਸੀਆਂ ਸੀ ਹਾਂਜੀ। ਠੀਕ ਹੈ ਉਹ ਜਿਹੜਾ ਇੱਕ ਪਿੰਡ ਸੀ ਨਾ ਬੁਰਜ ਹਾਂ ਹਾਂ ਉਹ ਡੋਗਰਾਂ ਦਾ ਪਿਓਰ ਡੋਗਰਾਂ ਦਾ ਸੀ ਮੁਸਲਮਾਨਾਂ ਦਾ ਸਹੀ ਹੋ ਗਿਆ ਵਾਹ। ਤੇ ਬੁਰਜ ਦੇ ਵਿੱਚ ਜਾਂ ਲਾਗੇ ਜਿਹੜੇ ਸਰਦਾਰ ਰਹਿੰਦੇ ਸੀ ਉਹਨਾਂ ਨਾਲ ਵਸੇਬ ਕਿਦਾਂ ਦਾ ਸੀ ਤੁਹਾਡਾ ਆਪਸੀ ਮੇਲ ਨਹੀਂ ਉਹ ਦਾ? ਬਸੇਵ ਜਿਹੜਾ ਸੀ ਬਸੇਵ ਇੰਡੀਆ 'ਚ ਸਿੱਖਾਂ ਨਾਲ ਜਦੋਂ ਬੈਠੇ ਸੀ ਨਾ ਉਸ ਵਕਤ ਬਹੁਤ ਅੱਛਾ ਸੀ ਅੱਛਾ ਬੱਚੇ ਇੱਕ ਮਿੰਟ ਸਿਰਫ ਹੈ ਬਹੁਤ ਅੱਛਾ ਸੀ ਲੈਣ ਦੇਣ ਭਾਜੀਆਂ ਵਿਆਹ ਸ਼ਾਦੀ ਮਰਗ ਜੀਣ ਸਾਰਾ ਕੁਝ ਸੀ ਸਾਰਾ ਕੁਝ ਹੈਗਾ ਹਾਂ ਇਹ ਤੇ 47 ਇਸ ਵਕਤ ਉਜੜੇ ਆ ਨਾ ਹਾਂ, ਹਾਂ। ਉਹ ਉਜੜਨ ਲੱਗੇ ਇਹ ਤਾਂ ਉਸ ਵਕਤ ਉਜੜਨ ਤੋਂ 2-4-10 ਦਿਨ ਇਹ ਪਹਿਲੇ ਇਹ ਨੇਰੀ ਝੁੱਲੀ ਆ ਅੱਛਾ ਪਹਿਲੇ ਝੁੱਲੀ ਆ ਤੇ ਬਾਕੀ
ਮੇਲ ਵਰਤਾਵ ਜਿਹੜਾ ਲੈਣ ਦੇਣ ਉਹ ਬਹੁਤ ਅੱਛਾ ਜਦੋਂ ਸੀ। ਤੁਸੀਂ ਦੱਸਿਆ ਕਿ ਪਹਿਲੇ ਸਭ ਕੁਝ ਠੀਕ ਠਾਕ ਸੀ, ਫਿਰ ਕੰਮ ਕਿਉਂ ਖਰਾਬ ਹੋਇਆ? ਮਤਲਬ ਜ਼ਾਹਰਾ ਤੁਸੀਂ ਸੀਨਾ ਬਸੀਨਾ ਵੀ ਗੱਲਾਂ ਸੁਣੀਆਂ, ਉਹ- ਆਪਣੇ ਪਿੰਡ ਤੇ ਵੀ ਹੰਡਾਇਆ। ਕਰੀ ਵੀ ਉਹ ਕੁਝ ਪੁੱਛ ਲੋ ਤੇ ਮੇਰਾ ਖਿਆਲ ਆ ਕੋਈ ਦੱਸਣਾ ਵੀ ਮੁਨਾਸਬ ਨਹੀਂ। ਨਹੀਂ ਤੁਸੀਂ ਦੇਖੋ, ਤੁਹਾਡੇ ਕੋਲ ਗੱਲ ਕਰ ਅਸਲ ਜਿਹੜੀ ਗੱਲ ਹੈਗੀ ਆ ਨਾ, ਹਿੰਦੂਆਂ ਜਾਂ ਖੱਤਰੀਆਂ ਬਾਹਮਣਾਂ ਗੱਲ ਤੇ ਫਿਰ ਇਹ ਲੜਨ ਜੋਗੇ ਨਹੀਂ ਸੀ, ਚੱਕੀ ਸੀ, ਇਹ ਕਾਰੋਬਾਰੀ ਲੋਕ ਸੀ। ਅਸਲ ਜਿਹੜੇ ਪਠਾਨ ਆ ਨਾ ਪਿਸ਼ਾਵਰ ਦੇ ਪਿੰਡੀ ਦੇ, ਇਹ ਗੱਲ ਚੱਲੀ ਸੀ ਸਰਦਾਰ ਸਾਹਿਬ ਉੱਥੋਂ। ਜੀ ਬਿਲਕੁਲ, ਤਾਰੀਖੀ ਗੱਲ ਵਾ। 1946 ਚ ਉੱਥੇ ਦੰਗੇ ਸ਼ੁਰੂ ਹੋਏ। ਉੱਥੇ ਜੰਗ ਹੋਈ ਆ। ਉਹ ਜਿਹੜੇ ਪਠਾਨ ਸੀ ਨਾ, ਉਹਨਾਂ ਨੇ ਸਿੱਖ ਮਾਰੇ। ਉਹ ਫਿਰ ਜਿਸ ਵਕਤ ਉਹ ਵੱਢੀ ਗਏ ਨਾ, ਉਸ ਵਕਤ ਇਹ ਫਿਰ ਅੱਗ ਬਲ ਗਈ। ਜਿੱਥੇ ਸਿੱਖਾਂ ਦਾ ਜ਼ੋਰ ਸੀ, ਉਹਨਾਂ ਨੇ ਆਪਣਾ ਕੋਈ ਸ਼ਾਇ ਨਹੀਂ ਛੱਡੀ ਮੁਸਲਮਾਨ। ਹਕੀਕਤ ਹੈ। ਜਿੱਥੇ ਮੁਸਲਮਾਨਾਂ ਦਾ ਜ਼ੋਰ ਸੀ, ਉਹਨਾਂ ਨੇ ਆਪਣੀ ਵਾਹ ਲਾਈ, ਉੱਥੇ ਨਹੀਂ ਛੱਡੀ। ਸਹੀ ਹੋ ਗਿਆ। ਜਿਹੜੇ ਸਾਡੇ ਪਿੰਡ ਸੀ ਨਾ, ਇਹਨਾਂ ਦੇ ਵਿੱਚੋਂ ਕੱਲਾ ਦੁਕੱਲਾ ਜਿਹੜਾ ਨਾ ਉਹ ਕਤਲ ਹੋਇਆ। ਬਾਕੀ ਇਹਨਾਂ ਕੱਲਾ ਇੱਕ ਅੱਧਾ ਕੋਈ ਟੱਕਰਿਆ ਕਿਤੇ ਹੋ ਗਿਆ। ਅੱਛਾ ਠੀਕ। ਬਾਕੀ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਨਾ ਕੋਈ ਬੰਦਾ ਇਹਨਾਂ ਦੇ ਨੇੜੇ ਨਹੀਂ ਆਏ। ਇਹ ਪਿਓਰ ਸੀਗੇ। ਠੀਕ ਹੋ। ਦੂਸਰੇ ਮਾਰਖੋਰ ਸੀ ਡਾਂਗ ਦੇ, ਡਾਂਗ ਸੋਟੀ ਦੇ। ਤੇ ਸਿੱਖਾਂ ਕੋ ਹੁੰਦੀ ਸੀ ਕਿਰਪਾਨ। ਅੱਛਾ। ਕਿਰਪਾਨ ਛੋਟੀ ਹੁੰਦੀ ਸੀ। ਹਾਂਜੀ। ਇਹ ਗੱਤਕੇ ਦੇ ਡਾਂਗ ਦੇ ਬਹੁਤ ਮਾਹਰ ਸੀ। ਜੀ ਬਿਲਕੁਲ। ਸਿੱਖ ਇਹਨਾਂ 5-7 ਪਿੰਡਾਂ ਦੇ ਨੇੜੇ ਨਹੀਂ ਆਇਆ। ਸਹੀ। ਮੇਰਾ ਖਿਆਲ ਹੈ 1-2 ਪਿੰਡ ਜਿਹੜੇ ਪਿੰਡਾਂ ਚੋਂ 1-2 ਬੰਦੇ ਮਰੇ ਆ। ਸਹੀ ਹੋ ਗਿਆ। ਖੈਰਿਆਂ ਚੋਂ ਕੋਈ ਵੀ ਨਹੀਂ ਮਰਿਆ। ਠੀਕ ਆ। ਸਹੀ। ਇੱਕ ਫਲੌਰ, ਤਹਿਸੀਲ ਫਲੌਰ ਦੇ ਸਾਡੇ, ਉਹ ਵੀ ਪਿੰਡ ਕਡਾਣਾ ਸਾਡਾ ਸੀ। ਸਹੀ। ਉੱਥੋਂ ਇੱਕ ਬੰਦਾ ਮਰਿਆ। ਸਹੀ ਹੋ ਗਿਆ। ਇੱਕ ਬੰਦਾ ਤਲਵਣ ਚੋਂ ਮਰਿਆ। ਸਹੀ ਹੋ ਗਿਆ। ਇਹ ਬੰਦੇ ਮਰੇ ਆ ਇਹਨਾਂ ਪਿੰਡਾਂ ਤੁਸੀਂ 'ਚ। ਉਧਰੋਂ ਤੁਹਾਨੂੰ ਉਠਾ ਲਿਆ ਗਿਆ, ਤੁਹਾਡੇ ਪਿੰਡ ਤੇ ਹਮਲਾ ਹੋਇਆ, ਮਤਲਬ ਕਿ ਜਾਂ ਤੁਹਾਨੂੰ ਕਿਉਂ ਉੱਥੋਂ ਨਿਕਲਣਾ? ਇਹਨਾਂ ਪਿੰਡਾਂ ਦੇ ਵਿੱਚ ਕੋਈ ਹਮਲਾ ਨਹੀਂ ਹੋਇਆ। ਅੱਛਾ। ਇਹ ਸਾਰੇ ਪਿੰਡ ਆਪਣੀ ਮਰਜ਼ੀ ਨਾਲ ਉੱਠਣਾ ਪੈ ਗਿਆ, ਐਲਾਨ ਹੋ ਗਿਆ। ਪਿੱਛੋਂ ਮਤਲਬ ਜਥੇ ਆ ਗਏ? ਜਥੇ ਨਾ ਜਥਾ ਨਾਲ ਨਹੀਂ ਉੱਠੇ ਇਹ। ਅੱਛਾ। ਜਥਾ ਇਹਨਾਂ ਕੋਲ ਆਇਆ ਹੀ ਕੋਈ ਨਹੀਂ। ਅੱਛਾ। ਇਹ ਫਿਰ ਐਲਾਨ ਹੋ ਗਿਆ ਗਵਰਨਮੈਂਟ ਦਾ, ਸਾਰਾ ਕੁਝ ਇਹ ਉਠਾਲਤੇ। ਇਹਨਾਂ ਨੇ ਫਿਰ ਕੰਮ ਜਿਹੜੇ ਸੀ ਕੈਂਪ ਲਾ ਦਿੱਤੇ। ਕਿਹੜੇ ਕੈਂਪ 'ਚ ਬੈਠੇ ਤੁਸੀਂ? ਅਸੀਂ ਇੱਕ ਪਾਸੇ ਨਾਨਕੇ ਸੀ, ਇੱਕ ਪਾਸੇ ਦਾਦਕੇ ਸੀ। ਅੱਛਾ। ਮੈਂ ਦੋਏ ਕੈਂਪ ਦੇਖੇ ਆ। ਅੱਛਾ। ਕਿਹੜੇ ਇੱਕ ਲੁਧਿਆਣੇ ਸੀ। ਅੱਛਾ। ਸ਼ਹਿਰ ਦੇ ਵਿੱਚ? ਇਹ ਨਹੀਂ, ਸ਼ਹਿਰੋਂ ਬਾਹਰ ਸੀ। ਅੱਛਾ। ਇੱਕ ਕੈਂਪ ਸੀਗਾ ਫਲੌਰ ਤਹਿਸੀਲ 'ਚ। ਫਲੌਰ ਤਹਿਸੀਲ 'ਚ? ਤਹਿਸੀਲ 'ਚ, ਉਹ ਜਲੰਧਰ ਦੀ ਤਹਿਸੀਲ ਸੀ। ਅੱਛਾ। ਤੇ ਫਿਰ ਕਿੱਦਾਂ ਤੁਸੀਂ ਕੈਂਪ 'ਚ ਕਿੰਨੇ ਦਿਨ ਲੱਗੇ? ਕੈਂਪ ਜਿਹੜੇ ਸੀ ਨਾ, ਜਿਹੜਾ ਪਿੰਡ ਸਾਡਾ ਕਡਾਣਾ ਸੀ, ਉਹ ਪੂਰਾ ਪਿੰਡ ਹੀ ਉੱਠਿਆ। ਅੱਛਾ। ਅਸੀਂ ਇੱਕ ਘਰ ਰਹਿ ਗਿਆ। ਸਹੀ ਹੋ ਗਿਆ। ਜਿਹੜੇ ਖੈਰੇ ਸੀ, ਇਹ ਇੱਕ ਵੀ ਬਾਹਰ ਨਹੀਂ ਗਿਆ। ਸਹੀ। ਇਕੱਠੇ ਉੱਠ ਕੇ ਅਮਨ ਨਾ ਆਏ ਆ। ਕੋਈ ਰਾਹ ਦੇ ਵਿੱਚ ਕੋਈ ਚੀਜ਼ ਇਹਨਾਂ ਨੂੰ ਸਿੱਖ ਨਾ ਕੋਈ ਚੀਜ਼ ਨਹੀਂ ਨੇੜੇ। ਨੇੜੇ ਇਹਨਾਂ ਦੀ ਕੀ ਆਪ ਮਾਰਖੋਰ ਸੀ, ਆਪ ਵੀ ਡਰਦੇ ਨਹੀਂ ਸੀ। ਸਮਝਦੇ? ਸਹੀ। ਤੇ ਇਹ ਪਿੰਡ ਪੂਰੇ ਅਮਨ ਨਾਲ ਆਏ ਆ ਸਾਰੇ। ਸਹੀ। ਤਕਰੀਬਨ ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਉਹ ਇੱਥੇ ਹੀ ਬੈਠੇ ਆ। ਅੱਛਾ। ਸਹੀ। ਇੱਥੇ ਬੈਠੇ ਆ, ਬੋਰੀ ਦੇ ਵੀ, ਤਲਮਣ ਦੇ ਵੀ, ਪਟਾ ਧੂਏ ਦੇ ਵੀ, ਜਿਹੜੇ ਪਿੰਡ ਗਲਾਏ ਆ ਉਹ ਇੱਥੇ ਹੀ ਬੈਠੇ ਆ। ਸਹੀ ਹੋ ਗਿਆ। ਇਸ ਪਿੰਡ 'ਚ ਮੈਂ ਤਕਰੀਬਨ ਉਹ ਮਾਜਰਾ ਦੇਖਿਆ ਜਿਸ ਵਕਤ ਅਸੀਂ ਉੱਠਿਆ ਹੋਏ ਆ ਨਾ, ਉਸ ਵਕਤ ਅਸੀਂ ਗੱਡੀ ਰੇਲ ਦੇ ਛਕੜੇ ਤੇ ਆਏ ਆ। ਸਹੀ। ਛਕੜੇ ਤੇ ਆਏ ਆ। ਸਹੀ। ਓਲੇ ਦਾ ਛਕੜਾ ਸੀ, ਮੈਨੂੰ ਉਸੇ ਤਰ੍ਹਾਂ ਯਾਦ ਆ। ਫਿਰ ਉਹ ਰਾਹ ਜਾ ਕੇ ਬਹਰਹਾਲ ਉਹ ਮੈਨੂੰ ਯਾਦ ਨਹੀਂ, ਉਹਦਾ ਡਰਾਈਵਰ ਵੀ ਸਿੱਖ ਸੀ। ਸਹੀ। ਉਹਨੇ ਰਾਹ ਦੇ ਵਿੱਚ ਉਹ ਗੱਡੀ ਜਿਹੜੀ ਖੜੀ ਕਰਤੀ। ਆਪ ਉਹਦਾ ਘਰ ਸੀ, ਕੌਣ, ਉਹ ਚਲੇ ਗਿਆ, ਸਾਰੀ ਰਾਤ ਉੱਥੇ ਰਹੇ ਸੀ। ਅੱਛਾ। ਉੱਥੇ ਫਿਰ ਆ ਗਈ ਮਿਲਟਰੀ। ਉਹਨਾਂ ਦਾ ਮੇਜਰ ਜਿਹੜਾ ਸੀ ਉਹ ਸੀ ਪਠਾਨ। ਸਹੀ। ਉਹਨੇ ਫਿਰ ਸਾਰੀ ਰਾਤ ਪਹਿਰਾ ਦਿੱਤਾ। ਤੜਕੇ ਨੇ ਉਹਨੇ ਗੱਡੀ ਚਲਾਈ, ਮੀਆਂ ਮੀਰ ਛਾਉਣੀਆਂ ਲਾਹੌਰ। ਹਾਂਜੀ। ਸਟੇਸ਼ਨ ਸੀ। ਜੀ ਬਿਲਕੁਲ। ਇਹ ਮੈਨੂੰ ਉਸੇ ਤਰ੍ਹਾਂ ਯਾਦ ਆ, ਸੀ ਉੱਥੇ ਆ ਕੇ ਉਤਰੇ। ਸਾਈਂ ਮੀਆਂ ਮੀਰ। ਹਾਂ। ਉਤੋਂ ਫਿਰ ਇੱਥੇ ਕਈਆਂ ਪਿੰਡਾਂ 'ਚ ਆਉਂਦੇ ਜਾਂਦੇ, ਫਿਰ ਇਦਾਂ ਹੀ ਫਿਰ ਇਹ ਪਿੰਡ ਇਕੱਠੇ ਹੋ ਗਏ। ਜਿਹੜਾ ਸਾਡਾ ਦਰਬਾਰ ਸਾਹਿਬ ਗੋਲਡਨ ਟੈਂਪਲ, ਹਰਮੰਦਰ ਸਾਹਿਬ ਗੋਲਡਨ ਟੈਂਪਲ ਜ਼ਾਹਰਾ ਤੁਹਾਨੂੰ ਸਮਝਾਉਣ ਵਾਸਤੇ ਆ, ਜ਼ਿਆਦਾਤਰ ਲੋਕ ਉਹਦੇ ਨਾਂ ਨਾਲ ਜਾਣਦੇ। ਅਸੀਂ ਤਾਂ ਦਰਬਾਰ ਸਾਹਿਬ ਕਹਿੰਦੇ, ਹਰਮੰਦਰ ਸਾਹਿਬ। ਜਿਹੜੀ ਉਹਦੀ ਨੀਂਹ ਹੈਗੀ ਹੈ, ਉਹ ਸਾਡੇ ਗੁਰੂ ਨੇ ਹਜ਼ਰਤ ਸਾਈਂ ਮੀਆਂ ਮੀਰ ਜੀ ਕੋਲ ਰਖਾਈ ਸੀਗੀ। ਅੱਛਾ ਅੱਛਾ। ਤੇ ਜਦੋਂ ਸਿੱਖ ਯਾਤਰੀ ਉਧਰੋਂ ਆਉਂਦੇ ਆ, ਖਾਸ ਕਰਕੇ ਆ ਜੂਨ ਦੇ ਮਹੀਨੇ ਦੇ ਵਿੱਚ, ਕਿਉਂਕਿ ਉਹਨਾਂ ਦੀ ਸ਼ਹਾਦਤ ਜੂਨ ਦੇ ਮਹੀਨੇ ਦੇ ਵਿੱਚ ਹੋਈ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਤੇ ਉਹਨਾਂ ਕੋਲ ਸਾਈਂ ਮੀਆਂ ਮੀਰ ਜੀ ਆਏ ਸਨ। ਤੇ ਇਸ ਕਰਕੇ ਫਿਰ ਸਿੱਖ ਲੋਕ ਸਾਡੇ ਸਰਦਾਰ ਵੀਰ ਜਦੋਂ ਆਉਂਦੇ ਆ ਤੇ ਉੱਥੇ ਵੀ ਜਾਂਦੇ ਜੀ। ਅੱਛਾ ਬਜ਼ੁਰਗੋ, ਤੁਸੀਂ ਉਹ ਵੇਲਾ ਵੀ ਵੇਖਿਆ, ਤੁਸੀਂ ਵੀ ਇਹਨਾਂ ਨੇ ਵੀ ਜ਼ਾਹਰਾ ਇੱਥੇ ਦੇ ਰਹਿਣ ਵਾਲੇ ਸੀ, ਤੁਸੀਂ ਉਧਰੋਂ ਉਜੜ ਕੇ ਆਏ ਹੋ।
ਤੁਹਾਡੇ ਸਾਹਮਣੇ ਸਾਰਾ ਕੁਝ ਹੈ, ਠੀਕ ਹੈ। ਉਸ ਤੋਂ ਪਹਿਲੇ ਵਾਲਾ ਦੌਰ ਵੀ ਤੁਸੀਂ ਵੇਖਿਆ, ਉਹ ਮੁਸ਼ਕਲ ਵੇਲਾ ਵੀ ਆਪਣੇ ਪਿੰਡੇ ਤੇ ਹੰਡਾਇਆ, ਦੇਖਿਆ ਉਹ ਬਿਲਕੁਲ। ਆ 75 ਵਰੇ ਵੀ ਤੁਸੀਂ ਵੇਖ ਲਏ ਆ, ਹਾਂ ਚਾਹੇ ਉਹ ਲੜ ਝਗੜ ਕੇ ਆ, ਚਾਹੇ ਉਹ ਪਿਆਰ ਨਾਲ ਆ, ਜਿੱਦਾਂ ਵੀ ਆ ਤੁਸੀਂ ਸਾਰੇ ਵੇਲੇ ਵੇਖੇ ਆ। ਦੇਖੇ ਸਾਨੂੰ ਵੇਖਣ ਵਾਲੇ ਦੋਵਾਂ ਮੁਲਕਾਂ 'ਚ ਨੇ 100 ਤੋਂ 150 ਮੁਲਕਾਂ ਤੋਂ ਵੱਧ ਜਿਹੜੇ ਪੰਜਾਬੀ ਵੀਰ ਇੱਥੇ ਇਕੱਠੇ ਹੁੰਦੇ ਨੇ, ਉਹ ਸਾਨੂੰ ਵੇਖਦੇ ਆ। ਬਾਜ਼ ਔਕਾਤ ਲੋਕ ਨੈਗੇਟਿਵ ਕਮੈਂਟ ਕਰਦੇ ਆ ਕਿ ਜੀ ਨਹੀਂ ਜੀ ਮਾਰਿਆ ਤੇ ਮੁਸਲਮਾਨ ਨੂੰ ਜ਼ਿਆਦਾ ਗਿਆ, ਜਾਂ ਬਾਅਦ ਲੋਕ ਕਹਿੰਦੇ ਨਹੀਂ ਸਿੱਖਾਂ ਨੂੰ ਜ਼ਿਆਦਾ ਮਾਰਿਆ ਗਿਆ। ਹਕੀਕਤ ਦੇ ਵਿੱਚ ਵੰਡ ਤਾਂ ਦੋਵੇਂ ਪਾਸੇ ਹੋਈ, ਲੇਕਿਨ ਹੁਣ ਆਪਾਂ ਇਹਨੂੰ ਘੱਟ ਕਿਸ ਤਰ੍ਹਾਂ ਕਰ ਸਕਦੇ ਹਾਂ? ਜਿਹੜੀ ਦੁਸ਼ਮਣੀ ਬਣ ਚੁੱਕੀ ਹੈ, ਜਿਹਦੇ ਬੀਜ ਸਾਡੇ ਤੇ ਬੋਹ ਚੁੱਕੇ ਨੇ। ਜਿੱਦਾਂ ਤੁਹਾਡਾ ਪਿੰਡ ਖੈਰਾ ਸੀ, ਉੱਥੇ ਅੱਜ ਸਰਦਾਰ ਬੈਠੇ ਹੋਣੇ ਆ, ਜਾਂ ਹਿੰਦੂ ਬਰਾਦਰੀ ਬੈਠੀ ਹੋਣੀ ਆ, ਉੱਥੇ ਮੁਸਲਮਾਨ ਤੇ ਨਾ ਬੈਠੇ। ਨਹੀਂ, ਆ 208 ਚੱਕ ਸਿੱਖਾਂ ਵਾਲਾ ਸੀਗਾ, ਇੱਥੇ ਸਾਰੇ ਮੁਸਲਮਾਨ ਬੈਠੇ ਆ। ਇਹ ਪਹਿਲਾਂ ਸਿੱਖਾਂ ਦਾ ਸੀਗਾ। ਉਹ ਗੱਲ ਤੁਹਾਡੀ ਉਹ ਹੁੰਦੀ ਉਹ ਬਿਲਕੁਲ ਦਰੁਸਤ ਆ। ਹੁਣ ਉਹ ਤੁਹਾਡੇ ਨੈਗੇਟਿਵ ਜਿਹੜੀ ਸੀ, ਜੀ। ਜਿਹੜੀ ਉਹ ਵੱਧ ਮਾਰਤੇ ਉਹ ਮਾਰਤੇ, ਹਾਂ। ਉਹ ਇੱਕ ਭਾਣਾ ਵਗ ਗਿਆ ਵਾਕਿਆ ਜੀ। ਇਹੀ ਜੀ। ਹਾਂਜੀ। ਅੱਛਾ, ਉਸ ਤੋਂ ਬਾਅਦ ਹੁਣ ਦੇਖ ਲਓ, ਹੁਣ ਹੁਣ ਤੁਸੀਂ ਕਿਦਾਂ ਕਰ ਤੁਸੀਂ ਸਕਦੇ? ਮੁਸਲਮਾਨਾਂ ਨੂੰ ਉਡੀਕਦੇ ਆ, ਹਾਂ ਹੈ ਇਹ ਸਾਡੇ, ਅਸੀਂ ਸਿੱਖਾਂ ਨੂੰ ਉਡੀਕਦੇ ਆ। ਹਾਂ। ਹੁਣ ਤੁਸੀਂ ਆਏ ਆ, ਤੁਸੀਂ ਇੱਥੇ ਰਾਤ ਰਹੋ, ਜੇ ਸਾਰੀ ਰਾਤ ਤੁਹਾਨੂੰ ਸੌਣ ਦੇ ਆ ਪਿੰਡ ਤੁਹਾਡਾ ਸਾਰੇ ਆਲ ਦੁਆਲ, ਇਹ ਹਜੇ ਪਤਾ ਨਹੀਂ ਤੁਹਾਡਾ। ਮੈਂ ਇਹਨਾਂ ਨੂੰ ਕੀ ਦੇ ਦੇਣਾ? ਇਹ ਤਾਂ ਤੁਰੇ ਆਉਂਦੇ ਇਹਨਾਂ ਨੇ ਦੇਖਦੇ ਕੀ ਆ। ਲੈ ਲੈਣਾ? ਇਹ ਪਿਆਰ ਦੀਆਂ ਗੱਲਾਂ ਨੇ ਨਾ, ਆਪਣੇ ਵੱਡਿਆਂ ਦੀਆਂ ਗੱਲਾਂ ਸੁਣਨ ਵਾਸਤੇ ਹਾਂਜੀ, ਖਲੋਤੇ ਆ ਨਾ। ਤੁਸੀਂ ਰਾਤ ਰਹਿ ਕੇ ਬਹਿ ਕੇ ਦੇਖੋ ਡੇਰੇ ਤੇ ਦੇਖੋ ਤਾਂ ਤੁਹਾਨੂੰ ਰਾਤ ਸੌਣ ਦਿੰਦੇ ਆ। ਸਾਂਝ ਆ ਜਿਹੜੀ ਸਾਡੀ ਪੁਰਾਣੀ ਰਹਿਤਲ ਆ, ਇਹਨੂੰ ਆਪਾਂ ਬਹਾਲ ਕਿਸ ਤਰ੍ਹਾਂ ਕਰ ਸਕਦੇ ਹਾਂ? ਤੁਸੀਂ ਮਸ਼ਵਰਾ ਕੀ ਦਿਓਗੇ? ਜਾਂ ਦੋਵਾਂ ਦੇਸ਼ਾਂ ਨੂੰ, ਪਾਕਿਸਤਾਨ ਇੰਡੀਆ ਦੇ ਜਿਹੜੀਆਂ ਦੇਸ਼ਾਂ ਨੇ, ਉਹਨਾਂ ਨੂੰ ਕੀ ਆਖੋਗੇ ਜੀ ਠੀਕ ਹੈ ਜੀ ਲੜੀ ਜਾਓ, ਜਾਂ ਫਿਰ ਪਿਆਰ ਮੁਹੱਬਤ ਨਾਲ ਤਰੱਕੀ ਹੋ ਸਕਦੀ? ਨਹੀਂ, ਲੜੀ ਜਾਓ ਤਾਂ ਨਹੀਂ ਕਹਿ ਸਕਦੇ। ਅੱਛਾ, ਇਹ ਤਾਂ ਨਹੀਂ ਕਹਿ ਸਕਦੇ। ਹਾਂ। ਕਿ ਇਹੀ ਕਹਿ ਸਕਦੇ ਪਿਆਰ ਮੁਹੱਬਤ ਨਾਲ, ਹਾਂ। ਕਿ ਸਾਡੀ ਪੁਰਾਣੀ ਸਾਂਝ ਹੈ ਇਹਨਾਂ ਨਾਲ, ਹਾਂ। ਹੈ ਕਿ ਅਸੀਂ ਇੱਕ ਹੋ ਜਾਈਏ। ਠੀਕ ਆ। ਸਹੀ। ਤੇ ਹੁਣ ਇਹ ਵੀ ਪਤਾ ਵੀ ਵਿੱਚ ਇੱਕ ਨਾ ਹੋਣ ਵਾਲੇ ਵੀ ਬੰਦੇ ਹੈਗੇ ਆ, ਕਿ ਇੱਕ ਨਾ ਹੋਣੇ। ਤੁਸੀਂ ਬੜੀ ਖੂਬਸੂਰਤ ਸ਼ਖਸੀਅਤ ਹੈਗੇ ਹੋ, ਮੈਨੂੰ ਇਹ ਦੱਸੋ ਕਿ ਦਿਲ ਕਰਦਾ ਤੁਹਾਡਾ ਆਪਣਾ ਜਨਮ ਪਵਾ ਵੇਖਣ ਨੂੰ? ਕੀ ਬਾਤ ਆ। ਸਾਨੂੰ ਤਾਂ ਸਵੇਰੇ ਵੀਜ਼ਾ ਮਿਲੇ। ਅੱਛਾ। ਹਾਂ, ਅਸੀਂ ਤਾਂ 10 ਦਿਨ 15 ਦਿਨ ਵੀ ਜਿੰਨਾ ਵੀਜ਼ਾ ਇਨਸ਼ਾਅੱਲਾ ਰਹਿ ਕੇ ਆਵਾਂਗੇ। ਅੱਛਾ। ਕਦੀ ਖਾਬਾਂ ਖਿਆਲਾਂ ਦੇ ਧਰਤੀ ਸਾਂਝੀ। ਹਾਂ ਸਹੀ। ਹਮੇ ਦੀ ਮਿੱਟੀ ਸਾਂਝੀ, ਹਾਂ ਉਸੇ ਮਿੱਟੀ 'ਚ ਹੋਈ ਹੈ ਨਾ। ਹਾਂ ਬਿਲਕੁਲ ਹਕੀਕਤ ਹੈ। ਕੀ ਕਹਦਾ ਨਾ, ਬਿਲਕੁਲ। ਤੇ ਕਿਉਂ ਨਹੀਂ ਦਿਲ ਕਰਦਾ? ਇਹਦਾ ਜਵਾਬ ਦਿਓ। ਕਦੀ ਅੱਖਾਂ ਮੂਰੇ ਉਹ ਵੇਲਾ, ਉਜੜਨ ਵੇਲਾ, ਤੁਹਾਡੇ ਖਿਡੌਣੇ ਵੀ ਹੋਣੇ ਆ, ਤੁਹਾਡੀਆਂ ਕੋਈ ਚੀਜ਼ਾਂ ਹੁੰਦੀਆਂ ਨਾ ਬਚਪਨ 'ਚ ਜਿਹੜੀਆਂ ਬਚਪਨ 'ਚ ਹੁੰਦੀਆਂ, ਠੀਕ ਸਾਰਾ ਕੁਝ ਹੁੰਦਾ, ਮਗਰ ਜਦੋਂ ਇੰਨੀ ਮੁੱਦਤ ਉਹਦੇ ਉਹ ਚੀਜ਼ਾਂ ਤੇ ਫਿਰ ਜਿੱਥੇ ਆ ਗਿਆ ਉਧਰ ਖਿਆਰ। ਹੁਣ ਇਹ ਨਨਕਾਣਾ ਸਾਹਿਬ ਆਉਂਦੇ ਆ, ਹਾਂ ਠੀਕ ਆ, ਉੱਥੇ ਜਾ ਕੇ ਦੇਖਿਓ ਕਿ ਜਿੰਨੇ ਉਹ ਆ ਉਹਨੇ ਬਾਹਰੋਂ ਮੁਸਲਮਾਨ ਗਏ ਹੋਣਗੇ ਮਿਲਣ। ਹਾਂਜੀ। ਪੁੱਛਣਗੇ ਕੋਈ ਸਾਡੇ ਜ਼ਿਲ੍ਹੇ ਦਾ, ਕੋਈ ਸਾਡੇ ਪਿੰਡ ਦਾ, ਫਿਰ ਉਹਨਾਂ ਤੋਂ ਵੀ ਉਧਰ ਦੀਆਂ ਗੱਲਾਂ ਪੁੱਛਣੀਆਂ, ਉਸ ਪਿੰਡਾਂ ਦੀਆਂ ਪੁੱਛਣੀਆਂ। ਹੈ ਹੁਣ ਹੈ ਤੇ ਪੁੱਛਣੀਆਂ, ਆਹੋ। ਜੇ ਨਹੀਂ ਤੇ ਕਿਹੜੀ ਲੋੜ ਹੈ? ਸਹੀ। ਨਫ਼ਰਤ ਆਵੇ? ਕੀ ਖਿਆਲ ਹੈ? ਬਿਲਕੁਲ ਸਹੀ ਹੈ। ਅੱਛਾ, ਕੋਈ ਸੁਨੇਹਾ ਦੇਣਾ ਉੱਥੇ ਤੁਹਾਡੇ ਪਿੰਡ? ਸੁਨੇਹਾ ਨਹੀਂ ਸਿਰਫ ਇੱਕ ਸਵਾਲ ਪੁੱਛਣਾ ਬਸ, ਮੇਰੇ ਮੁਕਾ ਦੇਣਾ, ਵੈਸੇ ਵੀ ਅਜ਼ਾਨਾਂ ਦਾ ਵੇਲਾ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਉੱਥੇ ਤੁਹਾਡੇ ਪਿੰਡ ਕੋਈ ਐਸਾ ਸੁਨੇਹਾ ਜਿਹੜਾ ਮੈਂ ਤੋੜ ਪਹੁੰਚਾ ਦੇਵਾਂ, ਜਾਂ ਵੀਡੀਓ ਰਾਹੀਂ ਕਿਹਨੂੰ ਪਹੁੰਚਾਓਗੇ? ਤੁਹਾਡੇ ਪਿੰਡ ਵਾਸੀਆਂ ਨੂੰ, ਧਰਤੀ ਤੇ ਤੁਹਾਡੇ ਸਾਡੇ ਵਾਸੀ ਉੱਥੇ ਕੋਈ ਵੀ ਨਹੀਂ, ਪਿੰਡ ਪੂਰਾ ਮੁਸਲਮਾਨਾਂ ਦਾ ਸੀ। ਹਾਂ। ਇੱਕ ਘਰ ਸੀ ਸਿੱਖਾਂ ਦਾ, ਅੱਛਾ। ਜਿਹਦੀ ਗੋਤ ਦੇ ਉੱਤੇ ਉਹ ਖਹਿਰੇ ਸੀ। ਅੱਛਾ, ਖੈਰੇ ਸੀ। ਖਹਿਰੇ ਸੀ। ਹੁਣ ਉਹ ਵੀ ਨਹੀਂ ਰਹੇ ਹੁਣੇ, ਨਾ ਉਹਨਾਂ ਨੂੰ ਜਾਣਦੇ। ਉਹ ਤਾਂ ਜਿਹੜੇ ਬੈਠੇ ਆ ਉਹਨੂੰ ਤਾਂ ਕਹਿ ਦਿਓ ਕਿ ਇਸ ਪਿੰਡ ਵਾਲੇ ਬੰਦੇ ਤੁਹਾਨੂੰ ਦੁਆ ਸਲਾਮ ਦਿੰਦੇ ਸੀ, ਮਗਰ ਉਹਨਾਂ 'ਚੋਂ ਕੋਈ ਜਾਣਦਾ ਤਾਂ ਨਹੀਂ। ਚਲੋ ਬਜ਼ੁਰਗੋ, ਤੁਹਾਡਾ ਵੀ ਸ਼ੁਕਰੀਆ, ਭਾਈ ਸਾਹਿਬ ਜੀ ਤੁਹਾਡੀ ਵੀ ਬੜੀ ਮਿਹਰਬਾਨੀ ਜੀ। ਅਸੀਂ ਤਾਂ ਇੱਥੋਂ ਪਿਆਰ ਲੈਣ ਤੇ ਪਿਆਰ ਦੇਣ ਆਏ ਸੀਗੇ, ਔਰ ਆਪਣਾ ਮਕਸਦ ਹੀ ਇਹ ਹੈ ਕਿ ਆਪਾਂ ਦੋਵਾਂ ਪਾਸੇ ਪਿੰਡ ਜਾ ਕੇ ਪਿਆਰ ਵੰਡੀਦਾ। ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਲੋਕ ਇੱਥੋਂ ਉੱਠੇ ਨੇ ਜਾਂ ਇੱਥੇ ਆਏ ਨੇ, ਜੋ ਕੁਝ ਉਸ ਵੇਲੇ ਹੋਇਆ ਉਹ ਵੇਲਾ ਤਾਂ ਮਾੜਾ ਹੀ ਸੀਗਾ ਉਸ ਵੇਲੇ, ਬਹੁਤ ਮਾੜਾ। ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਉਧਰੋਂ ਹੀ ਡੰਡੇ ਫੜਾਤੇ ਗਏ ਤੇ ਕਿਹਾ ਜੀ ਆਪਸੀ ਲੜੋ। ਕਿਉਂਕਿ ਅਜ਼ਾਨਾਂ ਦਾ ਵੇਲਾ ਹੋ ਗਿਆ, ਅਸੀਂ ਤੁਹਾਡੇ ਕੋਲ ਨਾਲ ਇਜਾਜ਼ਤ ਚਾਹੁੰਦੇ ਹਾਂ। ਜਾਤੀ ਚਾਹ ਪੀ ਲਓ। ਇਸੇ ਆਸ ਨਾਲ, ਇਸੇ ਉਮੀਦ ਨਾਲ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਂਝਾਂ ਨੇ ਜ਼ਰੂਰ ਇੱਕ ਦਿਨ ਬਹਾਲ ਹੋਣਗੀਆਂ। ਬਹੁਤ ਸਾਰੇ ਕਮੈਂਟਸ ਨੈਗੇਟਿਵ ਹੁੰਦੇ ਨੇ, ਉਹ ਕਹਿੰਦੇ ਜੀ ਇਹ ਹੋ ਗਿਆ, ਉਹ ਹੋ ਗਿਆ, ਲੇਕਿਨ ਹਕੀਕਤ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਸਾਂਝਾਂ ਤੁਹਾਡੇ ਸਾਹਮਣੇ ਆ, ਸਾਰਾ ਪਿੰਡ ਮੇਰੇ ਨਾਲ ਹੈ। ਸੋ ਹੋਪਫੁਲੀ ਇਸ ਤਰ੍ਹਾਂ ਦੀਆਂ ਕਹਾਣੀਆਂ ਰਾਹੀਂ ਕੋਸ਼ਿਸ਼ ਸਾਡੀ ਇੰਨੀ ਕੀ ਹੈ ਕਿ ਪੰਜਾਬ ਦੇ ਦੋਵੇਂ ਪਾਸੇ ਜਿਹੜੀ ਪਿਛਲੇ 75 ਸਾਲਾਂ ਦੀ ਨਫ਼ਰਤ ਹੈ ਉਹਨੂੰ ਦੂਰ ਕਰੀਏ, ਔਰ ਜਿਹੜੀ ਪੁਰਾਣੀ ਸਾਡੀ 5000 ਸਾਲ ਤਾਰੀਖ ਹੈ ਉਹਨੂੰ ਬਹਾਲ ਕਰੀਏ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।